ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਪ੍ਰੋਗਰਾਮ ਕਮਿਊਨਿਟੀ ਕਨੈਕਸ਼ਨ 'ਚ। ਮੈਂ ਤੁਹਾਡੀ ਹੋਸਟ, ਮੇਰਾ ਨਾਮ ਗੁਰਸ਼ਰਨ ਕੌਰ ਹੈ। ਅੱਜ ਇਸ ਹਫਤੇ ਫਿਰ ਅਸੀਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਏ ਨੇ, ਨਵਾਂ ਐਪੀਸੋਡ ਲੈ ਕੇ ਆਏ ਨੇ ਤੁਹਾਡੇ ਜੋਗਾ। ਪਹਿਲਾਂ ਤਾਂ ਮੈਂ ਵੈਲਕਮ ਕਰਨਾ ਚਾਹੂੰਗੀ ਸਾਡੇ ਗੈਸਟ ਬਲਦੇਵ ਮੋਤਾ ਜੀ ਦਾ, CEO ਆਫ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼। ਵੈਲਕਮ ਬਲਦੇਵ ਜੀ। ਥੈਂਕ ਯੂ ਗੁਰਸ਼ਰਨ ਜੀ। ਕਿੱਦਾਂ ਹੈ ਤੁਸੀਂ ਇਸ ਹਫਤੇ? ਠੀਕ ਆ। ਮਤਲਬ ਕਿ ਜਿਹੜੀ ਆਪਣੀ ਕੋਵਿਡ ਦੇ ਦੌਰਾਨ ਪਿਛਲੇ 2 ਸਾਲਾਂ ਤੋਂ ਜਿਹੜੀ ਜਦੋਜਹਿਦ ਚੱਲ ਰਹੀ ਸੀ, ਮੈਂ ਉਮੀਦ ਕਰਦਾ, ਮੈਂ ਦਰਸ਼ਕਾਂ ਨਾਲ ਵੀ ਇਹੀ ਉਮੀਦ ਕਰਦਾ ਕਿ ਹੁਣ ਥੋੜ੍ਹਾ ਜਿਹਾ ਆਪਾਂ ਨੂੰ ਲੱਗਦਾ ਵੀ ਸਕੂਨ ਆ ਜਾਊਗਾ। ਪਰ ਅੱਗੇ ਦੇਖੋ ਵੀ ਜਿਹੜਾ ਓਮੀਕਰੋਨ ਵਾਇਰਸ ਹੈਗਾ ਉਹਦੀਆਂ ਮੁਟੇਸ਼ਨਸ ਹੋ ਕੇ ਹੋਰ ਕੋਈ ਪ੍ਰੋਬਲਮਸ ਪੈਦਾ ਕਰਦਾ ਕਿ ਨਹੀਂ ਕਰਦਾ। ਪਰ ਇਸ ਵਕਤ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਹਜੇ ਸੁੱਖ ਦਾ ਸਾਹ ਆਉਣ ਲੱਗਿਆ। ਸੋ ਉਮੀਦ ਆ ਕਿ ਸਾਰੇ ਆਪਣੇ ਕੈਨੇਡਾ ਦੇ ਵਿੱਚ ਵੀ ਜਿੰਨੇ ਵੀ ਆਪਾਂ ਨੂੰ ਦਰਸ਼ਕ ਦੇਖ ਰਹੇ ਆ ਉਹ ਵੀ ਇਹੀ ਸ਼ਾਇਦ ਮਹਿਸੂਸ ਕਰਦੇ ਹੋਣ ਵੀ ਨਵਾਂ ਸਾਲ ਥੋੜ੍ਹਾ ਜਿਹਾ ਬੈਟਰ ਹੋਊਗਾ ਪਿਛਲੇ 2 ਸਾਲਾਂ ਨਾਲੋਂ। ਬਲਦੇਵ ਜੀ, ਇਸ ਹਫਤੇ ਰਿਕੁਐਸਟ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਮੈਰਿਜ ਐਂਡ ਫੈਮਿਲੀ ਡਾਇਨਾਮਿਕਸ ਦੀ। ਇੱਦਾਂ ਦਾ ਕਿਵੇਂ ਸੋਸਾਇਟੀ ਇੱਕ ਮੈਰਿਜ ਨੂੰ, ਇੱਕ ਫੈਮਿਲੀ ਨੂੰ ਦੇਖਦੀ ਹੈ ਕਿ ਉਸਦੇ ਬਾਅਦ ਇੱਕ ਫੈਮਿਲੀ 'ਤੇ, ਇੱਕ ਮੈਰਿਜ 'ਤੇ ਇੰਨਾ ਸਾਰਾ ਪ੍ਰੈਸ਼ਰ ਬਣ ਜਾਂਦਾ ਹੈ ਕਿ ਡੇਲੀ ਬੇਸਿਸ 'ਤੇ ਕੌਨਫਲਿਕਟਸ ਹੋਣੇ ਸ਼ੁਰੂ ਹੋ ਜਾਂਦੇ ਨੇ। ਜੀ, ਇਹਦੇ ਆਪਾਂ ਥੋੜ੍ਹਾ ਜਿਹਾ ਪਹਿਲਾਂ ਪਿਛੋਕੜ 'ਚ ਅਗਰ ਜਾਈਏ ਤਾਂ ਪਹਿਲਾਂ ਤਾਂ ਆਪਾਂ ਨੂੰ ਇਨਸਾਨ ਦੀ ਜਿਹੜੀ ਸਭਿਅਤਾ ਉਹਦੇ ਬਾਰੇ ਆਪਾਂ ਨੂੰ ਥੋੜ੍ਹਾ ਜਿਹਾ ਦੇਖਣਾ ਪਊਗਾ, ਥੋੜ੍ਹੀ ਜਿਹੀ ਝਾਤ ਮਾਰਨੀ ਪਊਗੀ। ਜਿਉਂ-ਜਿਉਂ ਸੁਸਾਇਟੀ ਵਿਕਸਿਤ ਹੋਈ, ਜਿਉਂ-ਜਿਉਂ ਆਪਾਂ ਨੂੰ ਥੋੜ੍ਹਾ ਜਿਹਾ ਸਮਝ ਆਉਣੀ ਸ਼ੁਰੂ ਹੋਈ, ਸਮਾਜ ਬਣਿਆ, ਭਾਈਚਾਰਾ ਬਣਿਆ, ਉਹਦੇ ਨਾਲ ਸਰਟਨ ਜਿਹੜੀਆਂ ਚੀਜ਼ਾਂ ਹੋਂਦ ਵਿੱਚ ਆਈਆਂ। ਉਹਦੇ 'ਚ ਸਾਰੇ ਨਾਲੋਂ ਪਹਿਲਾਂ ਜਿਹੜਾ ਸੰਗਠਨ ਹੋਇਆ ਉਹ ਹੋਇਆ ਪਰਿਵਾਰ ਦਾ। ਹੁਣ ਜਦੋਂ ਪਰਿਵਾਰ ਦਾ ਸੰਗਠਨ ਹੋਇਆ ਤਾਂ ਉਹਦੇ ਨਾਲ ਪਹਿਲੇ ਕਬੀਲੇ ਸੀ, ਕਬੀਲਿਆਂ 'ਚੋਂ ਫਿਰ ਪਰਿਵਾਰ ਹੋਏ, ਫੈਮਿਲੀ ਸਟਰਕਚਰ ਬਣਿਆ। ਫੈਮਿਲੀ ਸਟਰਕਚਰ ਜਦੋਂ ਬਣਿਆ ਤਾਂ ਉਦੋਂ ਮਨੁੱਖਤਾ ਨੇ ਸਰਟਨ ਪਾਬੰਦੀਆਂ ਲਗਾ ਦਿੱਤੀਆਂ। ਉਹਨਾਂ ਨੇ ਜਿਹੜੀ ਪਾਬੰਦੀ ਲਗਾਈ ਉਹਦੇ ਵਿੱਚ ਸੀਗੀ ਕਿ ਇੱਕ ਆਦਮੀ ਹੋਊਗਾ, ਇੱਕ ਔਰਤ ਹੋਊਗੀ, ਉਹਨਾਂ ਦਾ ਵਿਆਹ ਹੋਊਗਾ, ਉਹ ਇਕੱਠੇ ਹੋਣਗੇ, ਉਹਨਾਂ ਦੇ ਬੱਚੇ ਹੋਣਗੇ, ਅਤੇ ਜਿਹੜੀ ਜਾਇਦਾਦ ਹੋਊਗੀ ਉਹਦਾ ਬਟਵਾਰਾ ਕਿਵੇਂ ਹੋਊਗਾ, ਇਹ ਸਾਰੀਆਂ ਚੀਜ਼ਾਂ ਸਮਾਜ ਨੇ ਤੈਅ ਕਰ ਲਈਆਂ। 2 ਤਰ੍ਹਾਂ ਦੇ ਸਮਾਜ ਵਿਕਸਿਤ ਹੋਏ ਦੁਨੀਆ ਦੇ ਵਿੱਚ। ਇੱਕ ਜਿਹੜਾ ਪਰਿਵਾਰਕ ਤੌਰ 'ਤੇ ਆਦਮੀਆਂ ਵੱਲੋਂ ਵਿਕਸਿਤ ਹੋਇਆ, ਇੱਕ ਸਮਾਜ ਔਰਤਾਂ ਵੱਲੋਂ ਵਿਕਸਿਤ ਹੋਇਆ। ਇੰਡੀਆ ਦੇ ਵਿੱਚ ਹਜੇ ਵੀ ਕਈ ਐਸੇ ਸਮਾਜ ਆ, ਛੋਟੇ ਆ, ਜਿਹਦੇ ਵਿੱਚ ਆਦਮੀ ਵਿਆਹ ਹੋ ਕੇ ਔਰਤ ਦੇ ਘਰ ਜਾਂਦਾ। ਲੇਕਿਨ ਜ਼ਿਆਦਾ ਸਟਰਕਚਰ ਪੂਰੀ ਦੁਨੀਆ ਦੇ ਵਿੱਚ ਆ ਕਿ ਔਰਤ ਵਿਆਹ ਹੋ ਕੇ ਆਦਮੀ ਦੇ ਘਰ ਜਾਂਦੀ ਆ। ਇਹ ਜਿਹੜਾ ਸਟਰਕਚਰ ਆ ਇਹ ਇੱਕ ਲੰਬਾ ਆਪਣੇ ਕਈ ਹਜ਼ਾਰ ਸਾਲਾਂ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ। ਹੁਣ ਅਗਰ ਆਪਾਂ ਪ੍ਰੈਜ਼ੈਂਟ ਦੀ ਗੱਲ ਕਰੀਏ, ਦੋਨੋਂ ਚੀਜ਼ਾਂ ਦੇ ਵਿੱਚ ਫੰਕਸ਼ਨਸ ਡਿਫਰੈਂਟ ਹੋ ਗਏ। ਜਿਹੜਾ ਪਿਛਲੇ ਕਈ ਹਜ਼ਾਰ ਸਾਲਾਂ ਤੋਂ ਸਮਾਜ ਚੱਲਿਆ ਆ ਰਿਹਾ ਸੀ, ਇੱਕ ਔਰਤ ਤੇ ਇੱਕ ਆਦਮੀ ਵਿਆਹ ਕਰਕੇ ਉਹਨਾਂ ਦੇ ਬੱਚੇ ਹੋਣਗੇ, ਉਹਨਾਂ ਦੀ ਜਾਇਦਾਦ ਦਾ ਬਟਵਾਰਾ ਇੰਝ ਹੋਊਗਾ, ਇਸ ਤਰੀਕੇ ਨਾਲ ਚੱਲਣਗੇ। ਅਤੇ ਫਿਰ ਵਿਆਹੁਤਾ ਜੀਵਨ ਕਿਸ ਤਰ੍ਹਾਂ ਹੋਊਗਾ? ਵਿਆਹੁਤਾ ਜੀਵਨ ਉਹ ਜਿਹੜੀ ਆ ਪਰਿਵਾਰ ਦੀ ਡੈਫੀਨੀਸ਼ਨ ਅਤੇ ਔਰਤ ਦੀ ਵਿਆਹੁਤਾ ਜੀਵਨ ਦੀ ਡੈਫੀਨੀਸ਼ਨ ਆਪਣੇ ਸਮਾਜ 'ਚ ਬਿਲਕੁਲ ਚੇਂਜ ਹੋ ਗਈ। ਹੁਣ ਜਦੋਂ ਫੈਮਿਲੀ ਦੀ ਸਟਰਕਚਰ ਆ ਉਹਦੇ ਵਿੱਚ ਇੱਕ ਤਾਂ ਹੈਗਾ ਕਿ ਇੱਕ ਵਾਰੀ ਜਦੋਂ ਹਸਬੈਂਡ ਵਾਈਫ ਵਿਆਹ ਕਰਦੇ ਆ, ਅਗਰ ਉਹ ਕੁਝ ਸਾਲਾਂ ਬਾਅਦ ਉਹਨਾਂ ਦਾ ਡਿਵੋਰਸ ਹੋ ਜਾਂਦਾ, ਉਹ ਫਿਰ ਨਵੀਆਂ ਵਿਆਹ ਕਰ ਲੈਂਦੇ ਆ। ਅਤੇ ਕਈ ਵਾਰੀ ਉਹਨਾਂ ਦੇ ਜਦੋਂ ਉਹ ਨਵੇਂ ਪਰਿਵਾਰ 'ਚ ਜਾਂਦੇ ਆ ਤਾਂ ਹੋ ਸਕਦਾ ਕਿ ਜਿਹੜੇ ਪਹਿਲੇ ਵਿਆਹ 'ਚੋਂ ਬੱਚੇ ਸੀ ਉਹ ਵੀ ਉਹਨਾਂ ਦੇ ਨਾਲ ਰਹਿੰਦੇ ਹੋਣ। ਸੋ ਉਹ ਪਹਿਲੇ ਪਰਿਵਾਰ ਦੇ ਬੱਚੇ, ਪਹਿਲੇ ਵਿਆਹ ਤੋਂ ਬੱਚੇ ਵੀ ਨਾਲ ਸੀ, ਹੁਣ ਨਵੇਂ ਵਿਆਹ 'ਚੋਂ ਵੀ ਬੱਚੇ ਨਾਲ ਆ, ਤਾਂ ਇਹਨੂੰ ਰੀਕਨਸਟੀਟਿਊਟਡ ਪਰਿਵਾਰ ਕਹਿੰਦੇ ਆ। ਹੁਣ ਇਹ ਪ੍ਰੋਬਲਮਾਂ ਉਸ ਜ਼ਮਾਨੇ 'ਚ ਨਹੀਂ ਸੀ ਜਦੋਂ ਇਹਨਾਂ ਨੇ ਪਰਿਵਾਰ ਦਾ ਆਇਆ ਸਾਰਾ ਕੁਝ ਕੀਤਾ ਸੀ, ਲੇਕਿਨ ਹੁਣ ਇਹ ਬੜਾ ਟਰੂ ਆ। ਹੁਣ ਜਦੋਂ ਮਤਲਬ ਕਿ ਵਿਆਹੁਤਾ ਜੀਵਨ ਹੁੰਦਾ, ਡਿਵੋਰਸ ਹੁੰਦਾ, ਡਿਵੋਰਸ ਹੋ ਕੇ ਨਵਾਂ ਵਿਆਹ ਹੁੰਦਾ, ਅਤੇ ਜਿਹੜੇ ਪੁਰਾਣੇ ਬੱਚੇ ਆ ਉਹ ਨਾਲ ਜਾਂਦੇ ਆ। ਉੱਧਰਲੇ ਪਾਸਿਓਂ ਕਈ ਵਾਰੀ ਤਾਂ ਔਰਤ ਦੇ ਵੀ ਬੱਚੇ ਹੁੰਦੇ ਆ, ਉੱਧਰੋਂ ਆਦਮੀ ਦੇ ਵੀ ਬੱਚੇ ਹੁੰਦੇ ਆ, ਅਤੇ ਇਹ ਸਾਰਾ ਜਦੋਂ ਇਕੱਠਾ ਹੁੰਦਾ ਇਹ ਆਪਣੀਆਂ ਮੁਸ਼ਕਲਾਂ ਲੈ ਕੇ ਆਉਂਦਾ। ਫਿਰ ਹਸਬੈਂਡ ਵਾਈਫ ਦਾ ਜਿਹੜਾ ਇੱਕ ਦੂਸਰੇ ਨੂੰ ਪਸੰਦ ਕਰਨਾ,
ਪੁਰਾਣੇ ਜ਼ਮਾਨੇ ਦੇ ਵਿੱਚ ਸੈਟਿੰਗਸ ਹੁੰਦੀਆਂ ਸੀ, ਮਾਪੇ ਲੱਭਦੇ ਸੀਗੇ ਯੋਗ ਵਰ ਦੋਨਾਂ ਲਈ। ਉਹ ਸਿਸਟਮ ਚੇਂਜ ਹੁੰਦਾ ਹੁੰਦਾ ਹੁਣ ਆਪਾਂ ਨੇ ਜ਼ਿਆਦਾ ਜ਼ਿੰਮੇਵਾਰੀ ਦੇਤੀ ਵੀ ਕੁੜੀ ਮੁੰਡਾ ਆਪਣੇ ਆਪ ਨੂੰ ਭਾਲ ਲੈਣ ਜਿਹੜੇ ਉਹਨਾਂ ਨੂੰ ਠੀਕ ਲੱਗਦਾ। ਹੁਣ ਆ ਜਿਹੜੀਆਂ ਤਬਦੀਲੀਆਂ ਆਈਆਂ ਇਹ ਹਜੇ ਵੀ ਡਾਵਾਡੋਲ ਆ ਅੱਜ ਦੇ ਜ਼ਮਾਨੇ ਦੇ ਵਿੱਚ। ਇਹ ਕੋਈ ਸਿਥਰ ਜਾਣੀ ਆਪਾਂ ਨੇ ਕੋਈ ਵੈਲ ਡਿਫਾਈਨਡ ਆਪਣੀ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਅਗਰ ਆਪਾਂ ਸਾਊਥ ਏਸ਼ੀਅਨ ਭਾਈਚਾਰਾ ਦੇਖੀਏ ਉਹਦੇ ਵਿੱਚ ਕੋਈ ਖਾਸ ਡੈਫੀਨੀਸ਼ਨਸ ਨਹੀਂ ਗੀਆਂ ਸਾਡੇ ਕੋਲ। ਕਿ ਕੈਨੇਡਾ ਦੇ ਵਿੱਚ ਫਿਰ ਫਰਦਰ ਕੰਪਲੈਕਸਿਟੀ ਆ ਜਾਂਦੀ ਆ ਕਿ ਜੇ ਤਾਂ ਅਸੀਂ ਇੰਡੀਆ 'ਚ ਹੀ ਹੁੰਦੇ ਫਿਰ ਸਾਡਾ ਥੋੜ੍ਹਾ ਜਿਹਾ ਹੋਰ ਸਮਾਜ ਸੀਗਾ, ਪਰ ਕਿਉਂਕਿ ਅਸੀਂ ਕੈਨੇਡਾ 'ਚ ਹੁਣ ਸਾਡੀਆਂ ਜਾਣੀ ਪ੍ਰੋਬਲਮਸ ਹੋਰ ਵੀ ਵੱਖਰੀਆਂ ਹੋ ਗਈਆਂ। ਕੀ ਅਸੀਂ ਕੁੜੀ ਮੁੰਡੇ ਦਾ ਵਿਆਹ ਇੰਡੀਆ ਜਾ ਕੇ ਕਰੀਏ? ਕੀ ਅਸੀਂ ਕੁੜੀ ਮੁੰਡੇ ਦਾ ਵਿਆਹ ਇੱਥੇ ਕਰੀਏ? ਕੀ ਅਸੀਂ ਮਾਪਿਆਂ ਨੇ ਕੁੜੀ ਮੁੰਡਾ ਲੱਭਣਾ ਆਪਣੇ ਮਤਲਬ ਕਿ ਪਰਿਵਾਰ ਦੇ ਵਿੱਚ, ਜਾਂ ਕੁੜੀ ਮੁੰਡੇ ਨੇ ਆਪਣੇ ਆਪ ਨੂੰ ਲੱਭਣਾ? ਇਹ ਜਿਹੜੀਆਂ ਸਾਰੀਆਂ ਕੰਪਲੈਕਸਿਟੀਜ਼ ਆ ਇਹਦੇ ਵਿੱਚ ਆਪਣੇ ਕੋਲੇ ਕੋਈ ਮਾਡਲ ਨਹੀਂ ਗਾ। ਪੁਰਾਣੇ ਅੱਜ ਤੋਂ 200 ਸਾਲ ਪਹਿਲਾਂ ਬੜਾ ਫਸਟ ਕਲਾਸ ਮਾਡਲ ਸੀ। ਪਿੰਡਾਂ ਦੇ ਵਿੱਚ ਇੱਕ ਨਾਈ ਹੁੰਦਾ ਸੀ। ਨਾਈ ਨੂੰ ਕਹਿ ਦਿੰਦੇ ਸੀ ਵੀ ਸਾਡੀ ਕੁੜੀ ਜਵਾਨ ਹੋ ਗਈ ਜਾਂ ਸਾਡਾ ਮੁੰਡਾ ਜਵਾਨ ਹੋ ਗਿਆ ਤੇ ਤੂੰ ਕੋਈ ਲੱਭ ਸਾਡੇ ਇੱਕ ਲੈਵਲ ਦਾ। ਉਹਨੂੰ ਪਤਾ ਹੁੰਦਾ ਸੀਗਾ ਤੇ ਉਹ ਜਾ ਕੇ ਜੀ ਲੱਭ ਕੇ ਤੇ 10 ਪਾ ਕੇ ਤੇ ਕੁੜੀ ਮੁੰਡੇ ਦਾ ਵਿਆਹ ਹੋ ਜਾਂਦਾ ਸੀ। ਅੱਜ ਕੱਲ੍ਹ ਕੋਈ ਸਿਸਟਮ ਹੈ ਨਹੀਂ ਆਪਣੇ ਕੋਲੇ। ਹੁਣ ਤੁਸੀਂ ਦੇਖੋਗੇ ਕਿ ਮਲਟੀਪਲ ਵੈਰਾਈਟੀ ਆ ਆਪਣੇ ਸਾਰੇ ਸਮਾਜ ਦੇ ਵਿੱਚ। ਕੁਛ ਆਪਾਂ ਨੂੰ ਰਿਸ਼ਤੇਦਾਰ ਜਾਣਦੇ ਆ ਜਿਨ੍ਹਾਂ ਨੇ ਪੇਰੈਂਟਸ ਨੇ ਆਪ ਲੱਭਿਆ, ਕਿਉਂਕਿ ਕੁੜੀ ਮੁੰਡਾ ਦੋਨੋਂ ਕਹਿ ਦਿੰਦੇ ਸੀ ਵੀ ਸਾਡੇ ਕੋਲੇ ਤਾਂ ਕੋਈ ਹੈ ਨਹੀਂ, ਤੁਸੀਂ ਦੱਸ ਦਿਓ, ਅਸੀਂ ਮਤਲਬ ਕਿ ਥੋੜ੍ਹਾ ਜਿਹਾ ਗੱਲਬਾਤ ਕਰ ਲਾਂਗੇ ਅਤੇ ਜੇ ਸਾਨੂੰ ਪਸੰਦ ਆ ਗਿਆ ਤਾਂ ਫਿਰ ਅਸੀਂ ਵਿਆਹ ਕਰ ਲਾਂਗੇ। ਇੱਕ ਆਹ ਮਾਡਲ ਆ। ਦੂਸਰਾ ਮਾਡਲ ਹੈਗਾ ਕਿ ਇੰਡੀਆ ਜਾ ਕੇ ਅਸੀਂ ਲੱਭ ਲੈਣਾ ਕੋਈ। ਤੀਸਰਾ ਮਾਡਲ ਹੈਗਾ ਕਿ ਅਸੀਂ ਕੈਨੇਡਾ 'ਚ ਲੱਭ ਲੈਣਾ। ਸੋ ਇਹ ਜਿਹੜੇ ਡਿਫਰੈਂਟ ਮਾਡਲ ਆ ਇਹਦੇ 'ਚ ਆਪਾਂ ਨੂੰ ਕੋਈ ਪਤਾ ਨਹੀਂ ਵੀ ਕਿਹੜਾ ਮਾਡਲ ਕਦੋਂ ਕਿ ਸਕਸੈਸ ਹੋ ਜਾਣਾ ਜਾਂ ਅਨਸਕਸੈਸਫੁਲ ਹੋ ਜਾਣਾ। ਹੁਣ ਕਈਆਂ ਦੇ ਵਿਆਹ ਜਦੋਂ ਇੰਡੀਆ ਤੋਂ ਆਪਾਂ ਵਿਆਹ ਕਰਾ ਕੇ ਆਉਂਦੇ ਹਾਂ ਉਹ ਵੀ ਬੜੇ ਸੋਹਣੇ ਸਕਸੈਸਫੁਲ ਆ। ਕਈਆਂ ਦੇ ਵਿਆਹ ਜਦੋਂ ਕੈਨੇਡਾ 'ਚ ਉਹਨਾਂ ਨੇ ਕੋਈ ਮੁੰਡਾ ਕੁੜੀ ਲੱਭ ਕੇ ਵਿਆਹ ਕੀਤਾ ਉਹ ਵੀ ਬੜੇ ਸਕਸੈਸਫੁਲ ਆ। ਕਈ ਵਾਰੀ ਕੁੜੀ ਮੁੰਡਾ ਜੇ ਆਪਸ ਵਿੱਚ ਵੀ ਲੱਭ ਲੈਣ, ਚਾਹੇ ਉਹ ਇੰਡੀਆ ਤੋਂ ਲੱਭ ਲੈਣ ਚਾਹੇ ਉਹ ਕੈਨੇਡਾ 'ਚ ਲੱਭ ਲੈਣ, ਉਹ ਵੀ ਬੜੇ ਸਕਸੈਸਫੁਲ ਆ। ਸੋ ਇਸ ਕਰਕੇ ਆਪਣੇ ਕੋਲ ਕੋਈ ਮਾਡਲ ਨਹੀਂ ਗਾ। ਇਸ ਕਰਕੇ ਜਿਹੜਾ ਵਿਆਹਤਾ ਜੀਵਨ ਆ ਉਹ ਇੱਕ ਕਿਸਮ ਦਾ ਬੜਾ ਸਮੱਸਿਆ ਦਾ ਕਾਰਨ ਬਣਿਆ ਹੋਇਆ ਮਾਪਿਆਂ ਲਈ ਵੀ ਤੇ ਨੌਜਵਾਨਾਂ ਲਈ ਵੀ। ਕਿਉਂਕਿ ਕੋਈ ਕਲੀਅਰ ਕੱਟ ਆਪਾਂ ਨੂੰ ਇਹ ਨਹੀਂ ਕਹਿ ਰਿਹਾ ਵੀ ਰਿਸਰਚ ਕਹਿੰਦੀ ਆ ਜਾਂ ਸਾਡਾ ਜ਼ਿੰਦਗੀ ਦਾ ਤਜਰਬਾ ਪੂਰੇ ਸਮਾਜ ਦੇ ਵਿੱਚ ਬਈ ਜੇ ਕੁੜੀ ਮੁੰਡਾ ਕੈਨੇਡਾ 'ਚ ਹੀ ਇੱਕ ਦੂਜੇ ਨਾਲ ਰਹਿਣਗੇ, ਇੱਥੇ ਜੰਮੇ ਪਲੇ ਆ, ਇੱਥੇ ਵਿਆਹ ਕਰਨਗੇ ਤਾਂ ਉਹਨਾਂ ਦਾ ਵਿਆਹਤਾ ਜੀਵਨ ਜ਼ਿਆਦਾ ਸਕਸੈਸਫੁਲ ਹੋਊਗਾ ਬਜਾਏ ਕਿਤੇ ਹੋਰ ਜਾਣ ਨੂੰ। ਇਸ ਤਰ੍ਹਾਂ ਦਾ ਕੋਈ ਮਾਡਲ ਨਹੀਂ ਗਾ। ਸੋ ਇਸ ਕਰਕੇ ਹਰ ਇੱਕ ਪਰਿਵਾਰ ਇਸ ਜਦੋਜਹਿਦ ਦੇ ਵਿੱਚ ਜੂਝ ਰਿਹਾ ਕਿ ਹੁਣ ਅਸੀਂ ਕੀ ਕਰੀਏ। ਇੱਕ ਇਹ ਕੰਪਲੈਕਸਿਟੀ ਆ ਗਈ ਆਪਣੇ ਸਾਹਮਣੇ ਆ। ਦੂਜੀ ਕੰਪਲੈਕਸਿਟੀ ਆ ਗਈ ਕਿ ਸਮਾਜ ਦੇ ਵਿੱਚ ਜਿਹੜਾ ਵਿਆਹਤਾ ਜੀਵਨ ਆ ਵੀ ਵਿਆਹ ਕਰਨਾ ਹੀ ਕਰਨਾ, ਇਹਦੇ ਉੱਤੇ ਕਿੰਤੂ ਪਰੰਤੂ ਹੋਣ ਲੱਗ ਗਿਆ। ਕੀ ਇਹ ਜ਼ਰੂਰੀ ਆ ਵੀ ਵਿਆਹ ਕਰਾਉਣਾ? ਇੱਕ ਕੁਐਸਚਨ ਅੱਜ ਦੇ ਨੌਜਵਾਨ ਇਹ ਪੁੱਛਦੇ ਆ ਵੀ ਕਿਉਂ ਵਿਆਹ ਕਿਉਂ ਕਰਾਉਣਾ? ਅੱਛਾ, ਪੁਰਾਣੇ ਜ਼ਮਾਨੇ ਦੇ ਵਿੱਚ ਬੜਾ ਕਲੀਅਰ ਸੀ ਵਿੱਚ ਆਪਾਂ ਨੇ ਵਿਆਹ ਇਸ ਕਰਕੇ ਕਰਾਉਣਾ ਸੀਗਾ ਕਿਉਂਕਿ ਨਹੀਂ ਤਾਂ ਸੁਸਾਇਟੀ ਨੇ ਚੱਲਣਾ ਨਹੀਂ ਸੀ। ਜੇ ਬੱਚੇ ਹੀ ਨਾ ਹੋਣ ਤਾਂ ਰਾਈਟ ਮਰ ਜਾਣਗੇ ਬਜ਼ੁਰਗ ਹੋ ਕੇ ਸਾਰੇ, ਤੇ ਫਿਰ ਕੀ ਕਰਾਂਗੇ? ਉਹ ਜਿਹੜੀ ਪ੍ਰੋਕ੍ਰੀਏਸ਼ਨ ਸੀ, ਜਿਹੜੀ ਮਤਲਬ ਕਿ ਪੀੜ੍ਹੀ ਦਰ ਪੀੜ੍ਹੀ ਚੱਲਣਾ ਸੀ, ਜਿਹਦੇ ਖਾਤਰ ਸਮਾਜ ਆਉਣਾ ਸੀ, ਉਹ ਕਨਸੈਪਟ ਨੂੰ ਹੁਣ ਚੈਲੰਜ ਕੀਤਾ ਜਾ ਰਿਹਾ। ਉਹਨੂੰ ਚੈਲੰਜ ਵੈਰਾਈਟੀ ਆਫ ਨਾਲ ਕੀਤਾ ਜਾ ਰਿਹਾ। ਇਹ ਕੀਤਾ ਜਾ ਰਿਹਾ ਕਿ ਕੀ ਜਨਾਨੀਆਂ ਨੂੰ ਅਸੀਂ ਇਹ ਮਜਬੂਰ ਕਰਦੇ ਹਾਂ ਕਿ ਤੁਸੀਂ ਵਿਆਹ ਕਰਾਓ ਜੇ ਉਹ ਨਹੀਂ ਕਰਾਉਣਾ ਚਾਹਦੀਆਂ? ਇੱਕ ਕੁਐਸਚਨ ਆ। ਹੁਣ ਕਈ ਕੁੜੀਆਂ ਜਿਹੜੀਆਂ ਆਪਣੇ ਕਰੀਅਰ ਦੇ ਵਿੱਚ ਸੈੱਟ ਆ, ਜਿਨ੍ਹਾਂ ਨੇ ਪੜ੍ਹਾਈ ਲਿਖਾਈ ਕਰਕੇ ਆਪਣੀ ਮਿਹਨਤ ਨਾਲ ਆਪਣਾ ਕੋਈ ਬਿਜ਼ਨਸ ਸੈੱਟ ਕੀਤਾ ਜਾਂ ਆਪਣਾ ਵਿਆਹਤਾ ਆਪਣੇ ਕਰੀਅਰ ਸੈੱਟ ਕੀਤਾ, ਉਹ ਕਹਿੰਦੀਆਂ ਵੀ ਸਾਨੂੰ ਤਾਂ ਕਦੇ ਲੋਨਲੀਨੈਸ ਮਹਿਸੂਸ ਹੀ ਨਹੀਂ ਹੋਈ। ਮਾਪੇ ਉਹਨਾਂ ਦੇ ਔਨ ਦੀ ਅਦਰ ਹੈਂਡ ਕਹਿ ਰਹੇ ਆ ਵੀ ਤੁਸੀਂ ਵਿਆਹ ਕਰੋ, ਉਹ ਕਹਿੰਦੇ ਅਸੀਂ ਵਿਆਹ ਨਹੀਂ ਕਰਨਾ। ਹੁਣ ਆ ਜਿਹੜਾ ਸਾਰਾ ਸਿਸਟਮ ਆ, ਇਸ ਚੀਜ਼ ਦੇ ਉੱਤੇ ਇੰਨੀ ਜ਼ਿਆਦਾ ਜਾਣੀ ਜਦੋਜਹਿਦ ਹੋ ਰਹੀ ਆ ਆਪਣੀ ਕਮਿਊਨਿਟੀ ਦੇ ਵਿੱਚ ਕਿ ਇਹ ਰਾਦਰ ਦੈਨ ਇੱਕ ਖੁਸ਼ੀ ਭਰਿਆ ਮਾਹੌਲ ਹੋਣ ਦੇ ਇਹ ਇੱਕ ਤਣਾਅ ਭਰਿਆ ਜਾਣੀ ਮਾਹੌਲ ਹੁੰਦਾ ਜਾਂਦਾ ਆਪਣੇ ਦੇ ਵਿੱਚ।
ਸੋ ਇੱਕ ਪਰਿਵਾਰ ਦੀ ਪਰਿਭਾਸ਼ਾ ਟੁੱਟ ਗਈ, ਹੁਣ ਆਪਾਂ ਨੂੰ ਇਹ ਨਹੀਂ ਪਤਾ ਪਰਿਵਾਰ ਕਿਹੜਾ। ਦੂਸਰਾ, ਵਿਆਹੁਤਾ ਜੀਵਨ ਦੀ ਪਰਿਭਾਸ਼ਾ ਟੁੱਟ ਗਈ। ਹੁਣ ਪੁਰਾਣੇ ਜ਼ਮਾਨੇ 'ਚ ਇਹ ਹੁੰਦਾ ਹੀ ਨਹੀਂ ਸੀਗਾ ਵੀ ਸੇਮ ਸੈਕਸ ਮੈਰਿਜ ਹੋ ਜੇ, ਆਦਮੀ ਆਦਮੀ ਨਾਲ ਵਿਆਹ ਕਰਾ ਲੇ, ਔਰਤ ਔਰਤ ਨਾਲ ਵਿਆਹ ਕਰਾ ਲੇ, ਇਸ ਤਰ੍ਹਾਂ ਹੁੰਦਾ ਹੀ ਨਹੀਂ ਸੀ। ਲੇਕਿਨ ਅੱਜ ਕੱਲ੍ਹ ਹੁੰਦਾ, ਇਹ ਪਰਿਭਾਸ਼ਾ ਚੇਂਜ ਹੋ ਗਈ। ਹੁਣ ਕੁਝ ਐਸੀ ਪਰਿਭਾਸ਼ਾ ਹੈਗੀ ਆ ਕਿ ਉਹਨਾਂ ਨੇ ਲਵ ਇਨ ਰਿਲੇਸ਼ਨਸ਼ਿਪ ਆ ਵੀ ਅਸੀਂ ਵਿਆਹ ਕਰਾਉਣਾ ਨਹੀਂ ਪਰ ਇਕੱਠੇ ਰਹਿ ਲਾਂਗੇ, ਆ ਵੀ ਇੱਕ ਡਿਫਰੈਂਟ ਕਿਸਮ ਦਾ ਜਾਣੀ ਹਸਬੈਂਡ ਵਾਈਫ ਦਾ ਵਿਆਹੁਤਾ ਜੀਵਨ ਦਾ ਸੰਬੰਧ ਹੋ ਗਿਆ। ਫਿਰ ਕਈ ਕਹਿੰਦੇ ਆ ਵੀ ਅਸੀਂ ਧਾਰਮਿਕ ਵਿਆਹ ਨਹੀਂ ਕਰਾਉਣਾ, ਅਸੀਂ ਤਾਂ ਸਿਵਲ ਮੈਰਿਜ ਕਰਾਉਣੀ ਆ, ਅਤੇ ਅਸੀਂ ਇੰਡੀਆ ਦੇ ਵਿੱਚ IAS ਆਫਿਸਰ ਕੋਲੇ ਚਲੇ ਜਾਂਦੇ ਆ, ਅਤੇ ਇੱਥੇ ਆਪਣੇ ਜਸਟਿਸ ਆਫ ਦੀ ਪੀਸ ਕੋਲੇ ਚਲੇ ਜਾਂਦੇ ਆ ਸਿਟੀ ਹਾਲ 'ਚ, ਅਤੇ ਉੱਥੇ ਉਹਨਾਂ ਦਾ ਵਿਆਹ ਹੋ ਜਾਂਦਾ। ਇੰਡੀਆ ਦੇ ਵਿੱਚ IAS ਆਫਿਸਰ ਕੋਲੇ ਹੋ ਜਾਂਦਾ ਜਾਂ IPS ਆਫਿਸਰ ਕੋਲੇ ਹੋ ਜਾਂਦਾ। ਉਹਨਾਂ ਨੂੰ ਤਾਕਤ ਦਿੱਤੀ ਹੈ ਇੰਡੀਅਨ ਕੌਨਸਟੀਟਿਊਸ਼ਨ ਦੇ ਹਿਸਾਬ ਨਾਲ। ਹੁਣ ਇਹ ਜਿਹੜੀਆਂ ਸਾਰੀਆਂ ਤਬਦੀਲੀਆਂ ਆ ਰਹੀਆਂ, ਇਹਨਾਂ ਦੇ ਪਿੱਛੇ ਆਪਣੇ ਧਰਮ ਨੇ ਕੋਈ ਸਟੈਂਡ ਨਹੀਂ ਲਿੱਤਾ, ਆਪਣੇ ਸੱਭਿਆਚਾਰ ਨੇ ਕੋਈ ਸਟੈਂਡ ਨਹੀਂ ਲਿੱਤਾ, ਆਪਣੇ ਬੁੱਧੀਜੀਵੀਆਂ ਦਾ ਕੋਈ ਐਸਾ ਠੋਸ ਕੋਈ ਰਿਸਰਚ ਜਾਂ ਕੋਈ ਆਰਟੀਕਲਸ ਨਹੀਂ ਗਏ। ਸੋ ਇਸ ਕਰਕੇ ਐਟ ਦਿਸ ਮੋਮੈਂਟ ਹਰ ਇੱਕ ਇਨਸਾਨ ਆਪਣੀ ਆਪਣੀ ਸੋਚ ਸਮਝ ਦੇ ਅਨੁਸਾਰ ਡਿਸੀਜਨ ਲੈ ਰਿਹਾ। ਲੇਕਿਨ ਜਿਹੜੀਆਂ ਕੰਪਲੀਕੇਸ਼ਨਸ ਆ ਉਹ ਆਪਾਂ ਹੁਣ ਡਿਸਕਸ ਕਰ ਲੈਂਦੇ ਹਾਂ ਵੀ ਕਿਹੜੀਆਂ ਕਿਹੜੀਆਂ ਆ ਰਹੀਆਂ ਸਮਾਜ 'ਚ। ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਕਈ ਸਾਰੀ ਵਿਮਨ ਨੂੰ ਵੈਲ ਸੈਟਲ ਹੋਣ ਦੇ ਬਾਅਦ ਵੀ ਸੈਟਲ ਨਹੀਂ ਮੰਨਿਆ ਜਾਂਦਾ ਇਫ ਦੇ ਡੂ ਨਾਟ ਗੈਟ ਮੈਰਿਡ, ਠੀਕ ਹੈ। ਤੇ ਇੱਦਾਂ ਕਿਉਂ ਹੈਗਾ ਕਿ ਜਿਹੜੀ ਸਾਡੀ ਕਮਿਊਨਿਟੀ ਹੈ, ਚਾਹੇ ਸਾਡੀ ਕਮਿਊਨਿਟੀ ਹੈ, ਪੰਜਾਬੀ ਕਮਿਊਨਿਟੀ ਹੈ, ਹਿੰਦੂ ਕਮਿਊਨਿਟੀ ਹੈ, ਮੁਸਲਿਮ ਕਮਿਊਨਿਟੀ ਹੈ, ਇਹ ਅੰਡਰਸਟੈਂਡ ਕਰਨਾ ਇੰਨਾ ਡਿਫਿਕਲਟ ਕਿਵੇਂ ਹੈ ਸਾਰਿਆਂ ਲਈ ਕਿ ਜੇ ਇੱਕ ਵਿਮਨ ਇੱਕ ਵੈਲ ਸੈਟਲਡ ਹੈ, ਉਹਨਾਂ ਦਾ ਆਪਣਾ ਕਰੀਅਰ ਹੈਗਾ, ਠੀਕ ਹੈ, ਤੇ ਉਹ ਆਪਣਾ ਖਰਚਾ ਆਪ ਚੱਕਦੀਆਂ ਨੇ, ਉਹ ਆਪਣੀ ਫੈਮਿਲੀ ਦਾ ਵੀ ਖਰਚਾ ਚੱਕਦੀਆਂ ਨੇ, ਠੀਕ ਹੈ, ਤੇ ਆਪਣੇ ਸਾਰੇ ਬਿਲਸ ਐਂਡ ਫਾਈਨੈਂਸਿਸ ਉਹਨਾਂ ਦੇ ਟੇਕਨ ਕੇਅਰ ਹੈ, ਵਾਈ ਉਹਨਾਂ ਨੂੰ ਫਿਰ ਵੀ ਕੰਸੀਡਰ ਨਹੀਂ ਕੀਤਾ ਜਾਂਦਾ ਵੈਲ ਸੈਟਲਡ? ਜੀ, ਤਿੰਨ ਚੀਜ਼ਾਂ ਇਹਦੇ ਪਿੱਛੇ ਨਾ ਹਿਸਟੋਰੀਕਲੀ ਜਦੋਂ ਜਾਈਏ, ਇੱਕ ਤਾਂ ਔਰਤ ਨੂੰ ਉਹਦੇ ਨਾਲ ਇੱਜ਼ਤ ਜੋੜੀ ਜਾਂਦੀ ਹੈ ਪਰਿਵਾਰ ਦੀ। ਸੋ ਮੁੰਡੇ ਦੀ ਨਾਲ ਇੱਜ਼ਤ ਨਹੀਂ ਜੋੜੀ ਜਾਂਦੀ ਪਰ ਕੁੜੀ ਨਾਲ ਇੱਜ਼ਤ ਜੋੜੀ ਜਾਂਦੀ ਆ। ਸੈਕੰਡ ਚੀਜ਼, ਜਿਹੜੀ ਕੁੜੀ ਆ ਉਹਦੇ ਤੇ ਸਮਾਜ ਨੇ ਬੰਦਿਸ਼ਾਂ ਬਹੁਤ ਲਾਤੀਆਂ। ਥਰਡ ਚੀਜ਼ ਆ ਕਿ ਜਿਹੜਾ ਸਮਾਜ ਆ ਉਹ ਇਹ ਐਕਸਪੈਕਟ ਕਰਦਾ ਕਿ ਜਿਹੜੀ ਔਰਤ ਆ ਉਹ ਵਿਆਹੀ ਜਾਊਗੀ ਤਾਂ ਸਾਡਾ ਕੁੱਲ ਤੁਰੂਗਾ। ਉਹ ਜਿਹੜਾ ਕਨਸੈਪਟ ਹੁੰਦਾ ਵੀ ਫੈਮਿਲੀ ਦਾ ਨਾਂ ਚੱਲੂਗਾ, ਮੁੰਡਾ ਹੋਊਗਾ, ਫਿਰ ਮੁੰਡਾ ਫਾਦਰ ਦਾ ਨਾਂ ਤੇ ਦਾਦੇ ਦਾ ਨਾਂ, ਤੇ ਇਸ ਤਰ੍ਹਾਂ ਕਰਕੇ ਉਹ ਜਿਹੜਾ ਕੁੱਲ ਚੱਲਦਾ ਆਪਣੇ ਕਨਸੈਪਟ ਦੇ ਵਿੱਚ, ਇੰਡੀਅਨ ਫਿਲਾਸਫੀ ਦੇ ਵਿੱਚ, ਉਹ ਡਿਪੈਂਡ ਕਰਦਾ ਵਿਆਹੁਤਾ ਜੀਵਨ 'ਤੇ। ਹੁਣ ਇੰਡੀਅਨ ਸਮਾਜ ਦੇ ਵਿੱਚ ਲਿਨੀਏਜ ਦਾ ਬਹੁਤ ਵੱਡਾ ਕਨਸੈਪਟ ਆ। ਸੋ ਜੇ ਕੁੜੀਆਂ ਨੂੰ ਸਮਾਜ ਦਾ ਵਿੱਚ ਇਹ ਇੱਕ ਜਾਣੀ ਕੁਐਸਚਨ ਉੱਠ ਰਿਹਾ ਕਿ ਜੇ ਸਾਰੀਆਂ ਕੁੜੀਆਂ ਨੇ ਨਾ ਕਰਤੀ ਤਾਂ ਫਿਰ ਸਾਡਾ ਕੁੱਲ ਕਿਵੇਂ ਤੁਰੂ? ਇਹ ਇੱਕ ਵੱਡਾ ਇਸ਼ੂ ਉੱਭਰ ਕੇ ਸਾਹਮਣੇ ਆ ਰਿਹਾ, ਕਿਉਂਕਿ ਬਹੁਤ ਹੱਦ ਤੱਕ ਹਿੰਦੁਸਤਾਨ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ ਤੇ ਪੂਰੇ ਸਾਰੀ ਦੁਨੀਆ ਦੇ ਵਿੱਚ ਪੜ੍ਹੀਆਂ ਲਿਖੀਆਂ ਔਰਤਾਂ ਆਪਣੇ ਆਪ ਨੂੰ ਸੰਪੂਰਨ ਮੰਨਦੀਆਂ ਕੱਲੀਆਂ ਰਹਿ ਕੇ। ਉਹ ਕਹਿੰਦੀਆਂ ਵੀ ਸਾਨੂੰ ਕੋਈ ਲੋਨਲੀਨੈਸ ਨਹੀਂ, ਅਸੀਂ ਪਰਫੈਕਟ ਹਾਂ, ਅਸੀਂ ਆਪਣੇ ਆਪ 'ਚ ਸੰਤੁਸ਼ਟ ਹਾਂ, ਸਾਨੂੰ ਕੋਈ ਜ਼ਿੰਦਗੀ ਦੇ ਵਿੱਚ ਹੋਰ ਨਹੀਂ ਚਾਹੀਦਾ, ਅਸੀਂ ਕੋਈ ਆਪਣੇ ਘਰ ਦੇ ਵਿੱਚ ਕੰਮ ਨਹੀਂ ਕਰਨਾ ਵੀ ਪਹਿਲਾਂ 8 ਘੰਟੇ ਬਾਹਰ ਕੰਮ ਕਰਾਂਗੇ, ਫਿਰ ਸਾਨੂੰ 8 ਘੰਟੇ ਕੰਮ ਕਰਨੇ ਪੈਣਗੇ, ਬੱਚੇ ਪਾਲਣੇ ਪੈਣਗੇ, ਘਰ ਸਾਂਭਣਾ ਪਊਗਾ, ਫਿਰ ਹਸਬੈਂਡ ਦੇ ਜਿਹੜੇ ਫਾਦਰ ਮਦਰ ਆ ਉਹਨਾਂ ਦੀ ਲੁੱਕ ਆਫਟਰ ਕਰਨੀ ਪਊਗੀ ਵੀ ਸੌਰੀ ਸਾਡੇ ਕੋਲੇ ਇੰਨਾ ਟਾਈਮ ਨਹੀਂਗਾ, ਵੀ ਆਰ ਨਾਟ ਏਬਲ ਟੂ ਡੂ ਇਟ। ਸੋ ਹੁਣ ਜਿਹੜਾ ਸਮਾਜ ਆ ਉਹ ਦੁਬਿਧਾ ਦੇ ਵਿੱਚ ਫਸ ਗਿਆ। ਇੱਕ ਪਾਸੇ ਤਾਂ ਉਹ ਕਹਿੰਦਾ ਵੀ ਸਾਡੀਆਂ ਕੁੜੀਆਂ ਪੜ੍ਹ ਲਿਖ ਜਾਣ ਤੇ ਕੰਮ ਕਰਨ ਕਿਉਂਕਿ ਸਮਾਜ ਐਕਸਪੈਕਟ ਕਰਦਾ। ਦੂਜੇ ਪਾਸੇ ਜਦੋਂ ਕੁੜੀਆਂ ਪੜ੍ਹ ਲਿਖ ਜਾਂਦੀਆਂ ਉਹ ਕਹਿੰਦੀਆਂ ਵੀ ਤੁਸੀਂ ਮਤਲਬ ਕਿ ਸਾਡੇ ਉੱਤੇ ਕੋਈ ਚੀਜ਼ ਫੋਰਸ ਨਹੀਂ ਕਰ ਸਕਦੇ,
ਹੁਣ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਉਹ ਵਿਆਹ ਕਰਾਉਣਾ ਚਾਹੁੰਦੀਆਂ, ਉਹ ਕਹਿੰਦੀਆਂ ਉਹਨਾਂ ਦਾ ਵਿਆਹ ਕਰ ਲਓ। ਪਰ ਤੁਸੀਂ ਹਰ ਇੱਕ ਕੁੜੀ ਤੋਂ ਇਹ ਐਕਸਪੈਕਟ ਕਰਨਾ ਕਿ ਉਹ ਵਿਆਹ ਕਰੇ, ਇਟਸ ਨਾਟ ਪੋਸੀਬਲ, ਕਿਉਂਕਿ ਹਰ ਇੱਕ ਮੁੰਡਾ ਵੀ ਵਿਆਹ ਨਹੀਂ ਕਰਾਉਣਾ ਚਾਹੁੰਦਾ। ਸੋ ਦ ਰੇਸ਼ੋ ਬੈਲੈਂਸ ਜੀ ਹੋ ਜੂਗੀ। ਤੇ ਵੈਸੇ ਹੀ ਸੋਸਾਇਟੀ ਨੇ ਪਿਛਲੇ ਮਤਲਬ ਕਿ ਮੇਰੀ ਉਮਰ ਤਕਰੀਬਨ 73 ਸਾਲ ਦੇ ਕਰੀਬ ਆ, ਤੇ ਮੈਂ ਐਟਲੀਸਟ ਮੈਨੂੰ 50 ਸਾਲ ਹੋ ਗਏ ਇਹ ਸੁਣਦੇ ਨੂੰ ਕਿ ਦੁਨੀਆ ਦੇ ਵਿੱਚ ਪਾਪੂਲੇਸ਼ਨ ਬਹੁਤ ਆ। ਇੰਡੀਆ ਤੇ ਚੀਨ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਪਾਪੂਲੇਸ਼ਨ ਆ, ਤੇ ਵੀ ਹੋਰ ਪਾਪੂਲੇਸ਼ਨ ਦੀ ਸਾਨੂੰ ਲੋੜ ਨਹੀਂ। ਓਕੇ, ਇੱਕ ਇਹ ਆਰਗੂਮੈਂਟ ਵੀ ਆ। ਹੁਣ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਉਹਨੂੰ ਫਿਕਰ ਹੋ ਜਾਂਦਾ ਵੀ ਯਾਰ ਇਹ ਦੁਨੀਆ ਦਾ ਬਣੂਗੀ, ਇਹ ਕਿਉਂ ਆਪਾਂ ਇੰਨੇ ਬੱਚੇ ਪੈਦਾ ਕਰ ਰਹੇ ਆ ਪੂਰੀ ਦੁਨੀਆ ਦੇ ਵਿੱਚ, ਇਹ ਪਲੈਨਟ ਕਿੰਨੇ ਕੁ ਹੋਰ ਲੋਕ ਸਾਂਭ ਲੂਗਾ। ਕਿਉਂਕਿ ਆਫਟਰ ਮੇਰਾ ਖਿਆਲ 'ਚ 10 20 ਜਾਂ 25 ਸਾਲ ਬਾਅਦ ਪਾਪੂਲੇਸ਼ਨ ਡਬਲ ਹੋ ਜਾਂਦੀ ਆ। ਚੱਲ 50 ਸਾਲ ਲਾ ਲਓ, 50 ਸਾਲ ਬਾਅਦ ਜੇ ਹੁਣ 7 ਬਿਲੀਅਨ ਆ ਤਾਂ ਹੋਰ 50 ਸਾਲਾਂ ਨੂੰ 14 ਬਿਲੀਅਨ ਹੋ ਜੂ, ਤਾਂ ਫਿਰ ਉਹ ਰਹਿਣਗੇ ਕਿੱਥੇ? ਉਹ ਜਿਹੜੀਆਂ ਪ੍ਰੋਬਲਮਸ ਆ, ਜਦੋਂ ਬੰਦਾ ਚੇਤਨ ਹੋ ਜਾਂਦਾ, ਕੌਨਸ਼ੀਅਸ ਹੋ ਜਾਂਦਾ, ਪੜ੍ਹ ਲਿਖ ਜਾਂਦਾ, ਉਦੋਂ ਫਿਰ ਉਹਨੂੰ ਆਪਣੇ ਤੋਂ ਇਲਾਵਾ ਹੋਰ ਚੀਜ਼ਾਂ ਦਾ ਵੀ ਫਿਕਰ ਲੱਗ ਜਾਂਦਾ। ਇੱਕ ਇਹ ਵੀ ਕੁਐਸਚਨ ਆ। ਲੇਕਿਨ ਜਿਹੜੇ ਹਿੰਦੁਸਤਾਨ ਤੋਂ ਜਿਹੜੇ ਲੋਕ ਆਉਂਦੇ ਆ ਕੈਨੇਡਾ ਦੇ ਵਿੱਚ, ਉਹਨਾਂ ਦੀ ਸੋਚ ਇਸ ਚੀਜ਼ ਤੇ ਅਟਕੀ ਆ ਕਿ ਵਿਆਹ ਤਾਂ ਕਰਨਾ ਹੀ ਕਰਨਾ, ਤੂੰ ਕੁੜੀਏ ਕਰਨਾ ਹੀ ਕਰਨਾ। ਤੇਰੇ ਕੋਲੇ 25 ਸਾਲ ਤੋਂ ਲੈ ਕੇ ਤੇ 30 ਸਾਲ ਦਾ 5 ਸਾਲ ਦਾ ਤਕਰੀਬਨ ਏਜ ਹੈਗੀ ਆ, ਤੂੰ ਉਸ ਟਾਈਮ ਤੇ ਜਿਹੜਾ ਕੁਝ ਪੜ੍ਹਨ ਲਿਖਣਾ ਲਿਖ ਲਾ, ਤੇ ਬਾਈ ਏਜ 30 ਤੇਰਾ ਵਿਆਹ ਹੋ ਜਾਣਾ ਚਾਹੀਦਾ। ਓਕੇ, ਹੁਣ ਇਹ ਪ੍ਰੋਬਲਮ ਵਾਲੀ ਗੱਲ ਇਸ ਕਰਕੇ ਆ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਤੇ ਬਹੁਤ ਸਾਰੇ ਮੁੰਡੇ ਜਦੋਂ ਸਮਾਜ ਦੇ ਵਿੱਚ ਦੇਖਦੇ ਆ ਵੀ ਕਿੰਨੀ ਵਿਆਹਤਾ ਜੀਵਨ ਦੇ ਵਿੱਚ ਕਲੇਸ਼ ਆ, ਤੇ ਉਹ ਕਹਿੰਦੇ ਵੀ ਅਸੀਂ ਇਸ ਕਲੇਸ਼ 'ਚ ਨਹੀਂ ਪੈਣਾ, ਸੌਰੀ। ਕਿਉਂਕਿ ਜਿਹੜੀ ਆਪਣਾ ਕਿਉਂਕਿ ਸਾਂਝਾ ਸਮਾਜ ਆ, ਉਹਦੇ ਵਿੱਚ ਇੱਕ ਕਪਲ ਨੂੰ, ਆਦਮੀ ਔਰਤ ਨੂੰ, ਪਤੀ ਪਤਨੀ ਨੂੰ ਇਹ ਵੀ ਦੇਖਣਾ ਪੈਂਦਾ ਵੀ ਦੋਨੋਂ ਸਾਈਡ ਆਫ ਦੇ ਪਰਿਵਾਰ ਕੀ ਚਾਹੁੰਦੇ ਆ, ਕਿਉਂਕਿ ਉਹਨਾਂ ਦਾ ਵੀ ਪ੍ਰੈਸ਼ਰ ਪੈਂਦਾ। ਉਹ ਕਹਿੰਦੇ ਵੀ ਅਸੀਂ ਇਹ ਡੀਲ ਹੀ ਨਹੀਂ ਕਰਨਾ, ਅਸੀਂ ਵਿਆਹ ਹੀ ਨਹੀਂ ਕਰਾਉਣਾ। ਇੱਕ ਇਹ ਸਮੱਸਿਆ ਸਾਹਮਣੇ ਆ ਰਹੀ ਆ। ਹੁਣ ਸੈਕੰਡ ਚੀਜ਼ ਆ ਕਿ ਜੇ ਕਪਲ ਇੰਡੀਪੈਂਡੈਂਟ ਆ, ਉਹ ਵੀ ਕਮਾਉਂਦਾ ਉਹ ਵੀ ਕਮਾਉਂਦੀ ਆ, ਦੋਨੋਂ ਜਣੇ ਬੈਠੇ ਆ ਤੇ ਉਹ ਆਪਸ ਵਿੱਚ ਡਿਸਕਸ਼ਨ ਕਰਦੇ ਆ ਬਈ ਕੀ ਸਾਨੂੰ ਬੱਚੇ ਦੀਆਂ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਸੋਸਾਇਟੀ ਦੇ ਵਿੱਚ। ਹੁਣ ਆਪਾਂ ਕੈਨੇਡਾ 'ਚ ਹੀ ਦੇਖ ਲਈਏ, ਕੈਨੇਡਾ ਦੇ ਵਿੱਚ ਮੈਰੀਜੁਆਨਾ ਇਲੀਗਲ ਆ, ਔਰ ਆਪਾਂ ਨੂੰ ਪਤਾ ਕਿ ਪਿਛਲੇ 3 ਸਾਲਾਂ ਦੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ ਹੀ ਨੌਜਵਾਨਾਂ ਦੇ ਵਿੱਚ ਮੈਰੀਜੁਆਨਾ ਸਮੋਕਿੰਗ ਦਾ ਬਹੁਤ ਜ਼ਿਆਦਾ ਰੁਝਾਨ ਵੱਧ ਗਿਆ। ਜਦੋਂ ਇਹੋ ਜਿਹੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਕਿ ਨੌਜਵਾਨ ਬੱਚਿਆਂ ਨੇ ਇੱਕ ਦੂਜੇ ਤੇ ਗੋਲੀਆਂ ਚਲਾਤੀਆਂ, ਮਤਲਬ ਕਿ ਬਹੁਤ ਸਾਰੇ ਬੱਚੇ ਆ ਜਿਹੜੇ ਕਿ ਡਾਵਾਡੋਲ ਹੋਏ ਫਿਰਦੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੈਂ ਜ਼ਿੰਦਗੀ 'ਚ ਕੀ ਬਣਨਾ। ਉਹ ਸੋਚਦੇ ਆ ਵੀ ਚੱਲ ਮੈਂ YouTube ਤੇ ਕੁਝ ਥੋੜ੍ਹੇ ਜਿਹੇ ਰੀਲ ਪਾ ਕੇ ਤੇ ਮੈਂ ਫੇਮਸ ਹੋ ਜਾਊਂਗਾ, ਪਰ ਉਹ ਨਹੀਂ ਹੁੰਦੇ, ਫਿਰ ਉਹ ਡਿਪਰੈਸ਼ਨ 'ਚ ਜਾਂਦੇ ਆ। ਜਦੋਂ ਇੱਕ ਕਪਲ, ਨੌਜਵਾਨ ਕਪਲ ਇਹ ਦੇਖਦਾ ਵੀ ਯਾਰ ਕੀ ਬੱਚੇ ਤੇ ਜਾਂ ਨੂੰ ਇਸ ਜ਼ਿੰਦਗੀ ਦੇ ਵਿੱਚ ਲਿਆਉਣਾ, ਕੀ ਅਸੀਂ ਇਹਨੂੰ ਸਾਂਭ ਲਾਂਗੇ ਜਿਸ ਹਿਸਾਬ ਨਾਲ ਸੁਸਾਇਟੀ ਅੱਗੇ ਨੂੰ ਵੱਧ ਰਹੀ ਆ, ਫਿਰ ਉਹਨਾਂ ਦਾ ਹੋ ਸਕਦਾ ਇਹ ਡਿਸੀਜਨ ਹੋਵੇ ਵੀ ਅਸੀਂ ਵਿਆਹ ਤਾਂ ਕਰਾ ਲੈਂਦੇ ਹਾਂ ਚੱਲ ਮਾਪਿਆਂ ਦੇ ਕਹੇ 'ਤੇ, ਪਰ ਅਸੀਂ ਬੱਚਾ ਨਹੀਂ ਕਰਨਾ। ਹੁਣ ਪ੍ਰੋਬਲਮ ਫਿਰ ਉੱਥੇ ਹੀ ਖੜ ਗਈ ਕਿ ਜੇ ਸੁਸਾਇਟੀ ਦੀ ਅੰਡਰਲਾਈਂਗ ਕੰਡੀਸ਼ਨ ਮੈਰਿਜ ਦੀ ਇਹ ਸੀ ਕਿ ਬੱਚੇ ਕਰਨੇ ਸੀ, ਔਰ ਬੱਚੇ ਐਸ ਕਰਕੇ ਇੱਕ ਆਦਮੀ ਤੇ ਇੱਕ ਔਰਤ ਦਾ ਵਿਆਹ ਕਰਨਾ ਸੀ ਤਾਂ ਕਿ ਜਿਹੜੀ ਪ੍ਰੋਪਰਟੀ ਆ ਉਹ ਮੁੰਡਿਆਂ ਨੂੰ ਜਾਵੇ, ਤੇ ਉਹ ਸਿਸਟਮ ਫੇਲ ਹੋ ਗਿਆ। ਸੋ ਇਹ ਜਿਹੜੀਆਂ ਮਾਡਰਨ ਕੰਪਲੈਕਸ ਪ੍ਰੋਬਲਮਸ ਆ, ਇਹਦੇ ਉੱਤੇ ਆਪਣੇ ਸਮਾਜ ਦੇ ਵਿੱਚ ਬੜਾ ਡਿਸਕਸ਼ਨ ਨਹੀਂ ਹੋਈ। ਤੇ ਜਿਹੜੇ ਨੌਜਵਾਨ ਬੱਚੇ ਆ, ਜਦੋਂ ਉਹ ਆਪਣੇ ਘਰਾਂ 'ਚ ਵੀ ਝਾਤ ਮਾਰਦੇ ਆ ਤੇ ਉਹ ਦੇਖਦੇ ਆ ਵੀ ਸਾਡੇ ਮਾਂ-ਪਿਓ ਦਾ ਤਾਂ ਵਿਆਹਤਾ ਜੀਵਨ ਕੋਈ ਖਾਸ ਨਹੀਂ ਗਾ, ਉਹ ਚਲੇ ਜਾਂਦੇ ਆ ਜਾਂਦੇ ਆ, ਲੜ ਪੈਂਦੇ ਆ, ਕੋਈ ਸੋਲਵ ਕਰ ਲੈਂਦੇ ਆ ਤੇ ਫਿਰ ਚੱਲੀ ਜਾਂਦਾ। ਪਰ ਉਹ ਕਹਿੰਦੇ ਵੀ ਜੇ ਇਹੀ ਜ਼ਿੰਦਗੀ ਆ ਤੇ ਇਦੋਂ ਬੈਟਰ ਅਸੀਂ ਸੁਖੀ ਨਹੀਂ ਗਏ। ਹੁਣ ਆਹ ਜਿਹੜੀਆਂ ਕੰਪਲੈਕਸਿਟੀਜ਼ ਆ, ਇਹ ਆਪਾਂ ਨੂੰ ਬਹੁਤ ਜ਼ਿਆਦਾ ਜਾਣੀ ਆਪਾਂ ਨੇ ਕਲੋਜ਼ ਨਹੀਂ ਕੀਤਾ, ਜਿਹਨੂੰ ਕਹਿੰਦੇ ਨਾ ਲੂਪ ਕਲੋਜ਼ ਕਰਨਾ,
ਆਪਾਂ ਨੇ ਲੂਪ ਕਲੋਜ਼ ਨਹੀਂ ਕੀਤਾ, ਖੁੱਲੇ ਛੱਡੇ ਹੋਏ ਆ। ਸੋ ਜਿਹੜਾ ਵਿਚਾਰਾ ਸਟਰਗਲ ਕਰਦਾ, ਜਿਹੜੇ ਵਿਚਾਰਾ ਤੜਫਦਾ ਵੀ ਸਾਡੇ ਇੱਕ ਕੁੜੀ ਮੁੰਡਾ ਵਿਆਹ ਕਰਾ ਲੈਣ, ਉਹਨਾਂ ਦੇ ਹੋ ਸਕਦਾ ਕੁੜੀ ਮੁੰਡੇ ਵਿਆਹ ਨਾ ਕਰਾਉਣ, ਕਈਆਂ ਦੇ ਕੁੜੀ ਮੁੰਡੇ ਵਿਆਹ ਕਰਾ ਲੈਂਦੇ ਆ, ਕਈਆਂ ਦੇ ਜਲਦੀ ਵਿਆਹ ਕਰਾ ਲੈਂਦੇ ਆ, ਕਈਆਂ ਦੇ ਦੇਰ ਨਾਲ ਵਿਆਹ ਕਰਾ ਲੈਂਦੇ ਆ। ਪਰ ਇਹ ਜਿਹੜੀ ਸਾਰੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਪਰਿਵਾਰ ਤੇ ਵਿਆਹੁਤਾ ਜੀਵਨ, ਇਹਦੇ 'ਚ ਹੋਰ ਵੀ ਤਬਦੀਲੀਆਂ ਆਉਣ ਵਾਲੀਆਂ, ਤੇ ਉਹ ਆਪਾਂ ਥੋੜ੍ਹਾ ਜਿਹਾ ਅੱਗੇ ਚੱਲ ਕੇ ਉਹਦੇ 'ਤੇ ਵੀ ਥੋੜ੍ਹਾ ਜਿਹਾ ਡਿਸਕਸ਼ਨ ਕਰ ਲੈਂਦੇ ਹਾਂ। ਹੁਣ ਤਾਂ ਜੇ ਅਸੀਂ ਗੱਲ ਕਰ ਲਈ ਕਿ ਕਿਵੇਂ ਵਿਮਨ ਨੂੰ ਫੋਰਸ ਕੀਤਾ ਜਾਂਦਾ ਹੈ ਵਿਆਹ ਕਰਨ ਲਈ, ਕੁਝ ਕਰਨਾ ਚਾਹੁੰਦੀਆਂ ਨੇ, ਕੁਝ ਨਹੀਂ ਕਰਨਾ ਚਾਹੁੰਦੀਆਂ, ਬਿਕਾਜ਼ ਦੇ ਆਰ ਵੈਲ ਸੈਟਲਡ, ਉਹਨਾਂ ਦੇ ਆਪਣੇ ਹਿਸਾਬ ਨਾਲ ਉਹ ਵੈਲ ਸੈਟਲਡ ਨੇ, ਆਪਣਾ ਖਰਚਾ ਉਹਨਾਂ ਦਾ ਆਪਣਾ ਹੈ, ਠੀਕ ਹੈ। ਬਟ ਜਿਹੜੀ ਵਿਮਨ ਆਫਟਰ ਹੈਵਿੰਗ ਪ੍ਰੋਪਰ ਕਰੀਅਰ, ਫਾਈਨੈਂਸ਼ੀਅਲ ਸਟੇਬਿਲਿਟੀ, ਉਹ ਕਹਿੰਦੇ ਨੇ ਅਸੀਂ ਵਿਆਹ ਕਰਨਾ ਹੈ, ਉੱਥੇ ਫਿਰ ਮੈਂ ਇੱਕ ਪ੍ਰੋਬਲਮ ਨੋਟਿਸ ਕੀਤੀ ਹੈ ਕਿ ਫਿਰ ਉਹ ਚਾਹੁੰਦੀਆਂ ਨੇ ਵਿਮਨ ਕਿ ਸਾਰਾ ਕੁਝ ਸਾਡੇ ਹਿਸਾਬ ਨਾਲ ਹੋਵੇ। ਕੰਪਰੋਮਾਈਜ਼ ਵਾਲਾ ਜਿਹੜਾ ਪੁਆਇੰਟ ਹੁੰਦਾ ਹੈ ਜਾਂ ਐਡਜਸਟਮੈਂਟ ਵਾਲਾ ਪੁਆਇੰਟ ਹੁੰਦਾ ਹੈ, ਉਹ ਬਿਲਕੁਲ ਹੀ ਖਤਮ ਹੋ ਜਾਂਦਾ ਹੈ। ਇਮੋਸ਼ਨਲ ਇੰਟੈਲੀਜੈਂਸ ਜਿਹੜੀ ਵਿਮਨ 'ਚ ਕਹੀ ਜਾਂਦੀ ਹੈ ਕਿ ਜ਼ਿਆਦਾ ਹੁੰਦੀ ਨੇ ਇਨ ਕੰਪੈਰੀਜ਼ਨ ਟੂ ਮੈਨ, ਠੀਕ ਹੈ, ਉਹ ਵੀ ਮੈਨੂੰ ਉੱਥੇ ਲੱਗਦਾ ਹੈ ਕਿ ਉਸ ਪੁਆਇੰਟ 'ਤੇ ਆ ਕੇ ਕਿ ਅਸੀਂ ਕਰ ਸਕਦੇ ਨੇ ਆਪਣਾ, ਉੱਥੇ ਘਟ ਜਾਂਦੀ ਹੈ। ਜਿਸ ਕਰਕੇ ਜੇ ਉਹ ਕਿਤੇ ਸ਼ੁਰੂਆਤ ਵੀ ਹੁੰਦੀ ਹੈ, ਇੱਕ ਡੇਟ ਵੀ ਕਰਨਾ ਸ਼ੁਰੂ ਕਰਦੇ ਨੇ ਜਾਂ ਫਿਰ ਘਰ ਦੇ ਲੱਭਦੇ ਨੇ ਮੁੰਡਾ, ਠੀਕ ਹੈ, ਗੱਲਬਾਤ ਵੀ ਸ਼ੁਰੂ ਹੁੰਦੀ ਹੈ, ਪਰ ਇਨ ਦਾ ਐਂਡ ਗੱਲ ਉੱਥੇ ਆ ਜਾਂਦੀ ਹੈ ਕਿ ਇੱਕ ਵਿਮਨ ਦੀ ਈਗੋ ਵੱਡੀ ਹੋ ਜਾਂਦੀ ਹੈ ਉੱਥੇ, ਜਿਹੜੀ ਪਹਿਲਾਂ ਪੁਰਾਣੇ ਜ਼ਮਾਨੇ 'ਚ ਜਾਂ ਥੋੜ੍ਹੇ ਟਾਈਮ ਪਹਿਲਾਂ ਮੈਨ 'ਚ ਸੀ, ਹੁਣ ਆਦਮੀਆਂ 'ਚ ਹੁੰਦੀ ਸੀ, ਹੁਣ ਵੀ ਹੈਗੀ ਆਦਮੀਆਂ 'ਚ, ਬਟ ਹੁਣ ਵਿਮਨ ਹੈਗੀ ਉਹ ਬਰਾਬਰ ਦਾ ਟੱਕਰ ਦੇ ਰਹੀਆਂ ਨੇ ਉਹਨਾਂ ਨੂੰ। ਉਹ ਚਾਹੇ ਨੈਗੇਟਿਵ ਐਸਪੈਕਟਸ ਹੈ ਚਾਹੇ ਪੋਜ਼ਿਟਿਵ ਐਸਪੈਕਟਸ ਹੈ, ਉਹ ਬਰਾਬਰ ਹੀ ਹਰ ਪਾਸੇ ਇਨਕਰੀਜ਼ ਹੋ ਗਈ ਹੈ। ਬਟ ਜਿਹੜੀ ਆਲੀ ਗੱਲ ਹੈ ਕਿ ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਠੀਕ ਹੈ, ਤੇ ਕੰਪਰੋਮਾਈਜ਼ ਨਾਮ ਜੋ ਵਰਡ ਹੈਗਾ ਸਾਡਾ ਆਪਣਾ, ਕੰਪਰੋਮਾਈਜ਼ ਇੱਕ ਚੀਜ਼ ਹੈਗੀ ਜਿਹੜੀ ਸਾਨੂੰ ਕਰਨੀ ਪੈਂਦੀ ਹੈ। ਹਰ ਬੰਦਾ ਪਰਫੈਕਟ ਨਹੀਂ ਹੁੰਦਾ, ਉਹ ਉੱਥੇ ਕਿਉਂ ਅੜ ਜਾਂਦਾ ਹੈ ਕਿ ਨਹੀਂ ਇਹ ਤਾਂ ਮੇਰੇ ਹਿਸਾਬ ਨਾਲ ਚੱਲਿਆ ਹੀ ਨਹੀਂ, ਮੈਂ ਇਹਦੇ ਨਾਲ ਅੱਗੇ ਨਹੀਂ ਵਧਣਾ ਜੀ। ਉਹਦੇ ਪਿੱਛੇ ਅਗਰ ਆਪਾਂ ਪਿਛਲੇ 50 ਸਾਲ ਦੀ ਹਿਸਟਰੀ ਦੇਖੀਏ ਫਿਰ ਆਪਾਂ ਨੂੰ ਸਮਝ ਆਊਗਾ। ਪਿਛਲੇ 50 ਸਾਲਾਂ ਦੇ ਵਿੱਚ ਜਿਹੜੇ ਵੀ ਕਿਸੇ ਚੀਜ਼ ਨੇ ਤਰੱਕੀ ਕੀਤੀ ਆ ਉਹ ਵਿਮਨ ਨੇ ਕੀਤੀ, ਆਦਮੀਆਂ ਨੇ ਨਹੀਂ ਕੀਤੀ। ਪੁਰਾਣੇ ਜ਼ਮਾਨੇ ਦੇ ਵਿੱਚ ਆਦਮੀਆਂ ਕੋਲੇ ਤਾਕਤ ਹੁੰਦੀ ਸੀਗੀ ਡਿਸੀਜਨ ਲੈਣ ਦੀ। ਹੁਣ ਤੁਸੀਂ ਦੇਖੋਗੇ ਹੁਣ ਔਰਤ ਕਹਿੰਦੀ ਹੈ ਵੀ ਮੇਰਾ ਬੈਂਕ ਅਕਾਊਂਟ ਹੋਣਾ ਚਾਹੀਦਾ। ਸੋ ਆਦਮੀ ਨੇ ਉਹਨੂੰ ਕਿਹਾ ਵੀ ਓਕੇ ਘਰ ਚਲਾਉਣ ਵਾਸਤੇ ਚੱਲ ਤੂੰ ਮੇਰਾ ਬੈਂਕ ਅਕਾਊਂਟ ਵੀ ਲੈ ਲਾ। ਸੋ ਆਦਮੀ ਦੇ ਉਹਦੇ ਕੋਲੇ ਤਾਂ ਕੋਈ ਤਰੱਕੀ ਨਹੀਂ ਹੋਈ, ਜਨਾਨੀਆਂ ਨੇ ਤਰੱਕੀ ਕਰ ਲਈ। ਉਹ ਕਹਿੰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਆਦਮੀ ਹੀ ਸਾਈਕਲ ਚਲਾਉਂਦਾ ਸੀਗਾ, ਅੱਜ ਕੱਲ੍ਹ ਤਾਂ ਕੁੜੀਆਂ ਸਕੂਟਰ ਚਲਾਉਂਦੀਆਂ, ਮੋਟਰਸਾਈਕਲ ਚਲਾਉਂਦੀਆਂ, ਕਾਰਾਂ ਚਲਾਉਂਦੀਆਂ, ਜਹਾਜ਼ ਚਲਾਉਂਦੀਆਂ, ਤੇ ਏਅਰਫੋਰਸ ਪਾਇਲਟ ਆ ਆਪਣੇ ਇੰਡੀਅਨ ਏਅਰਫੋਰਸ 'ਚ ਵਿਮਨ ਫਾਈਟਰ ਪਾਇਲਟਸ ਵੀ ਹੈਗੀਆਂ, ਨਾਟ ਓਨਲੀ ਜਸਟ ਹੈਲੀਕਾਪਟਰ ਪਾਇਲਟ ਬਟ ਐਕਚੁਅਲੀ ਫਾਈਟਰ ਪਾਇਲਟਸ ਆ। ਅੱਛਾ, ਹੁਣ ਜਿਹੜੀ 50 ਸਾਲਾਂ ਦੇ ਵਿੱਚ ਔਰਤਾਂ ਨੇ ਤਰੱਕੀ ਕੀਤੀ ਆ, ਉਹਨਾਂ ਦੇ ਵੋਟਿੰਗ ਰਾਈਟਸ ਆ, ਜੱਜ ਬਣੀਆਂ, ਲਾਇਰਸ ਬਣੀਆਂ, ਬਿਜ਼ਨਸ ਲੀਡਰਸ ਹੈਗੀਆਂ, ਵੱਡੀਆਂ ਵੱਡੀਆਂ ਕੰਪਨੀ ਦੀਆਂ CEOs ਹੈਗੀਆਂ। ਸੋ ਆਪਣੇ ਦੇਖਦੇ ਦੇਖਦੇ ਪਿਛਲੇ 50 ਸਾਲਾਂ 'ਚ ਔਰਤਾਂ ਨੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਬਿਲਕੁਲ ਨੀਵੀਂ ਪੱਧਰ ਤੋਂ ਹਾਈਐਸਟ ਪੱਧਰ ਤੱਕ ਤਰੱਕੀ ਕੀਤੀ। ਆਦਮੀਆਂ ਨੇ ਕੀ ਕੀਤਾ? ਆਦਮੀਆਂ ਨੇ ਤਾਂ ਕੁਝ ਵੀ ਨਹੀਂ ਕੀਤਾ। ਉਹਨਾਂ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਇਹ ਜਿਹੜੀਆਂ ਨਵੀਆਂ ਸਰਕਮਸਟੈਂਸਸ ਪਰਿਸਥਿਤੀਆਂ ਦੇ ਵਿੱਚ ਅਸੀਂ ਆ ਗਏ ਆ, ਉਹਨਾਂ 'ਚ ਅਸੀਂ ਫੰਕਸ਼ਨ ਕਿਵੇਂ ਕਰਨਾ। ਉਹ ਫੰਕਸ਼ਨ ਉਸੇ ਤਰ੍ਹਾਂ ਹੀ ਕਰ ਰਹੇ ਆ ਜਿਵੇਂ ਉਹ ਅੱਜ ਤੋਂ 50 ਸਾਲ ਸੀਗੇ। ਉਹ ਹਜੇ ਵੀ ਸੋਚਦੇ ਆ ਕਿ ਮੁੰਡੇ ਵਾਲੇ ਜ਼ਿਆਦਾ ਤਕੜੇ ਹੁੰਦੇ ਆ ਕੁੜੀ ਵਾਲਿਆਂ ਨਾਲੋਂ, ਮੁੰਡੇ ਵਾਲਿਆਂ ਦੀ ਗੱਲ ਮੰਨਣੀ ਚਾਹੀਦੀ ਆ, ਮੁੰਡੇ ਵਾਲੇ ਡਿਟਰਮਿਨ ਕਰਨਗੇ ਕਿ ਵਿਆਹ ਕਿਸ ਤਰ੍ਹਾਂ ਦਾ ਹੋਊਗਾ। ਕੁੜੀਆਂ ਕਹਿੰਦੀਆਂ ਨਾ ਵੀ ਡੋਨਟ ਵਾਂਟ। ਕਿਉਂ ਹੋਇਆ ਇਹ ਕਿ ਜਦੋਂ ਸਮਾਜ ਨੇ ਔਰਤਾਂ ਦੇ ਨਾਲ ਤਰੱਕੀ ਕੀਤੀ, ਔਰ ਇਹ ਟਰੂ ਆ ਕਿ ਜਿਹੜੇ ਸਮਾਜ ਨੇ ਔਰਤਾਂ ਨੂੰ ਰਾਈਟਸ ਦਿੱਤੇ ਔਰ ਔਰਤਾਂ ਦੀ ਪਰਵਰਿਸ਼ ਵਾਸਤੇ, ਔਰਤਾਂ ਦੇ ਫਲਰਿਸ਼ ਕਰਨ ਦੇ ਵਿੱਚ ਉਹਨਾਂ ਨੇ ਸੁਸਾਇਟੀ ਨੇ ਯੋਗਦਾਨ ਪਾਇਆ, ਉਹ ਕੰਟਰੀ ਜ਼ਿਆਦਾ ਤਰੱਕੀ 'ਤੇ ਆ। ਹੁਣ ਅਗਰ ਆਪਾਂ ਕੁਝ ਕੰਟਰੀਜ਼ ਦਾ ਕੰਪੈਰੀਜ਼ਨ ਕਰ ਲਈਏ, ਜਿਹੜੇ ਕੰਟਰੀ 'ਚ ਔਰਤਾਂ ਨੂੰ ਬਾਹਰ ਜਾ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਵਰਸਸ ਜਿਹੜੇ ਕੰਟਰੀ 'ਚ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਆ, ਉਹ ਕੰਟਰੀਜ਼ ਜ਼ਿਆਦਾ ਫਲਰਿਸ਼ ਕਰਦੇ ਆ। ਅਤੇ ਦੋ ਮੈਂ ਇਹਨੂੰ ਐਗਜ਼ਾਮਪਲ ਦੇ ਕੇ ਸਮਝਾਉਣਾ ਚਾਹਨਾ ਕਿ ਅਗਰ ਆਪਾਂ ਬੰਗਲਾਦੇਸ਼ ਨੂੰ ਦੇਖੀਏ ਅਤੇ ਪਾਕਿਸਤਾਨ ਨੂੰ ਦੇਖੀਏ,
ਤੇ ਬੰਗਲਾਦੇਸ਼ ਜ਼ਿਆਦਾ ਤਰੱਕੀ ਤੇ ਆ ਕੰਪੈਰੀਟਿਵਲੀ ਪਾਕਿਸਤਾਨ, ਕਿਉਂਕਿ ਪਾਕਿਸਤਾਨ 'ਚ ਕੰਜ਼ਰਵੇਟਿਜ਼ਮ ਜ਼ਿਆਦਾ ਆ, ਔਰਤਾਂ ਨੂੰ ਉਹਨਾਂ ਕੰਮ ਤੇ ਨਹੀਂ ਕੀਤਾ ਜਾਂਦਾ, ਉਹਨਾਂ ਪੜ੍ਹਾਇਆ ਲਿਖਾਇਆ ਨਹੀਂ ਜਾਂਦਾ, ਉਹਨਾਂ ਸਾਰਾ ਕੁਝ ਨਹੀਂ ਕੀਤਾ ਜਾਂਦਾ। ਲੇਕਿਨ ਕੰਪੈਰੀਟਿਵਲੀ ਹੈ ਦੋਨੋਂ ਹੀ ਮੁਸਲਿਮ ਦੇਸ਼, ਲੇਕਿਨ ਬੰਗਲਾਦੇਸ਼ ਦੇ ਵਿੱਚ ਉਹਨਾਂ ਨੇ ਫੁੱਲ ਮਤਲਬ ਕਿ ਮਜ਼ਬੂਤੀ ਨਾਲ ਉਹਨਾਂ ਨੇ ਇਨਕਰੇਜ ਕੀਤਾ ਔਰਤਾਂ ਨੂੰ ਅਪਲਿਫਟ ਵਾਸਤੇ। ਅੱਛਾ, ਹੁਣ ਔਰਤਾਂ ਤਾਂ ਅਪਲਿਫਟ ਹੋ ਗਈਆਂ, ਆਦਮੀ ਉੱਥੇ ਖੜਾ। ਸੋ ਆ ਜਿਹੜੀ ਤੁਹਾਡੀ ਜਿਹੜੀ ਤੁਸੀਂ ਇਹ ਰੇਜ਼ ਕੀਤਾ, ਇਸ਼ੂ ਰੇਜ਼ ਕੀਤਾ, ਉਹਦੇ ਵਿੱਚ ਆਦਮੀਆਂ ਨੂੰ ਆਪਣੀ ਜਿਹੜੀ ਪਾਵਰ ਸੀ, ਜਿਹੜੀ ਉਹਨਾਂ ਕੋਲੇ ਪੂਰੀ ਟੋਟਲ ਪਾਵਰ ਸੀ, ਉਹਨਾਂ ਕੋਲੇ ਹੁਣ 50% ਰਹਿ ਗਈ। ਹੁਣ ਜਦੋਂ ਅਗਲੇ ਬੰਦੇ ਕੋਲੇ ਵੀ 50% ਪਾਵਰ ਆ, ਤੁਹਾਡੇ ਕੋਲੇ ਵੀ 50% ਪਾਵਰ ਆ, ਤਾਂ ਤੁਹਾਨੂੰ ਇੱਕ ਚੀਜ਼ ਕਰਨੀ ਪਊਗੀ ਕਿ ਤੁਹਾਨੂੰ ਸਕਿੱਲਸ ਚਾਹੀਦੀਆਂ ਨਵੀਆਂ ਉਸ ਵਿਆਹੁਤਾ ਜੀਵਨ 'ਚ ਰਹਿਣਾ ਕਿਵੇਂ ਆ। ਸੋ ਪੁਰਾਣੇ ਜ਼ਮਾਨੇ 'ਚ ਬੜਾ ਕਲੀਅਰ ਰੋਲ ਵੈਲ ਡਿਫਾਈਨਡ ਸੀ। ਔਰਤ ਨੇ ਘਰ ਰਹਿ ਕੇ ਘਰ ਸਾਂਭਣਾ, ਆਦਮੀ ਨੇ ਬਾਹਰ ਜਾ ਕੇ ਪੈਸੇ ਕਮਾ ਕੇ ਤੇ ਪੈਸੇ ਲਿਆਉਣੇ ਆ, ਬੜਾ ਕਲੀਅਰ ਸੀਗਾ। ਉਹਨੇ ਉਹਦੇ 'ਚ ਨਹੀਂ ਇੰਟਰਫੀਅਰ ਕਰਨਾ, ਉਹਨੇ ਉਹਦੇ 'ਚ ਨਹੀਂ ਇੰਟਰਫੀਅਰ ਕਰਨਾ, ਤੇ ਲਾਈਫ ਚੱਲੀ ਜਾਂਦੀ ਸੀ। ਦੋਨੋਂ ਧਿਰਾਂ ਨੂੰ ਐਗਜ਼ੈਕਟਲੀ ਪਤਾ ਸੀ ਉਹਨਾਂ ਨੇ ਜ਼ਿੰਦਗੀ 'ਚ ਕੀ ਕਰਨਾ। ਹੁਣ ਤਾਂ ਕੋਈ ਪਤਾ ਹੀ ਨਹੀਂ। ਹੁਣ ਤਾਂ ਆਦਮੀ ਵੀ ਬਾਹਰ ਜਾਂਦਾ, ਔਰਤ ਵੀ ਬਾਹਰ ਜਾਂਦੀ ਆ, ਆਦਮੀ ਵੀ ਕਾਰ ਚਲਾਉਂਦਾ, ਔਰਤ ਵੀ ਚਲਾਉਂਦੀ ਆ, ਆਦਮੀ ਫਾਈਨੈਂਸ ਮੈਨੇਜਰ ਆ, ਔਰਤ ਵੀ ਚਾਰਟਰਡ ਅਕਾਊਂਟੈਂਟ ਆ, ਤੇ ਔਰਤ ਵੀ ਮਾਰਗੇਜ ਪੇ ਕਰਦੀ ਆ, ਆਦਮੀ ਵੀ ਮਾਰਗੇਜ ਪੇ ਕਰਦਾ। ਸੋ ਸਾਰਾ ਕੁਝ ਹੀ ਡਿਵਾਈਡਡ ਹੋ ਗਿਆ। ਸੋ ਹੁਣ ਜਦੋਂ ਸਾਰਾ ਕੁਝ ਹੀ ਡਿਵਾਈਡਡ ਹੋ ਗਿਆ ਤਾਂ ਫਿਰ ਜੇ ਘਰ ਦੇ ਸਾਰੇ ਕੰਮ ਵੀ ਡਿਵਾਈਡਡ ਹੋ ਗਏ। ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀਗਾ ਵੀ ਔਰਤ ਨੇ ਸਿਰਫ ਘਰ ਦਾ ਕੰਮ ਕਰਨਾ, ਤਾਂ ਬੱਚਿਆਂ ਦੀ ਪਰਵਰਿਸ਼, ਘਰ ਦੇ ਕੱਪੜਿਆਂ ਦਾ ਧੋਣਾ, ਗਰੋਸਰੀ ਲਿਆਣੀ, ਰੋਟੀ ਬਣਾਉਣੀ, ਮਾਂ ਬਾਪ ਦੀ ਸੇਵਾ ਕਰਨੀ, ਇਹ ਸਾਰਾ ਕੰਮ ਜਨਾਨੀ ਦੇ ਹਿੱਸੇ ਆਇਆ ਸੀ ਜੀ। ਤੇ ਹੁਣ ਉਹ ਕਹਿੰਦੀ 50% ਕਰੋ ਮੇਰੇ ਨਾਲ, ਕਿਉਂਕਿ ਮੈਂ ਵੀ ਕੰਮ ਕਰਕੇ ਆਈ ਹਾਂ, ਆਮ ਹਿਊਮਨ ਬੀਇੰਗ ਟੂ, ਮੈਂ ਵੀ ਤੱਕ ਜਾਂਦੀ ਹਾਂ। ਆਹ ਜਿਹੜਾ ਕਨਸੈਪਟ ਆ ਕੰਪਰੋਮਾਈਜ਼ ਦਾ, ਡਿਵੀਜ਼ਨ ਆਫ ਲੇਬਰ ਦਾ, ਮਤਲਬ ਕਿ ਘਰ ਦੇ ਵਿੱਚ ਲੇਬਰ ਜਿਹੜਾ ਕੰਮਕਾਰ ਆ ਉਹਦੀ ਡਿਵੀਜ਼ਨ ਕਿਵੇਂ ਹੋਣੀ ਆ, ਇਸ ਉੱਤੇ ਰੌਲਾ ਪਿਆ ਹੋਇਆ। ਔਰ ਆਦਮੀਆਂ ਦਾ ਜ਼ਿਆਦਾ ਪ੍ਰੋਬਲਮਸ ਆ, ਕਿਉਂਕਿ ਆਦਮੀ ਇਸ ਚੀਜ਼ ਨੂੰ ਡੀਲ ਨਹੀਂ ਕਰ ਸਕਦੇ। ਇੱਥੇ ਹੁਣ ਅਸੀਂ ਲੈਂਦੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਗੱਲਬਾਤ ਜਾਰੀ ਰਹੇਗੀ, ਸਾਡੇ ਨਾਲ ਬਨੇ ਰਹੋ। ਅਸੀਂ ਵਾਪਸ ਆਉਂਦੇ ਨੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 9056770889 ਤੇ ਕਾਲ ਕਰੋ। ਜੀ ਹਾਂ, 9056770889 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities. ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੁਬਾਰਾ ਤੋਂ ਕਮਿਊਨਿਟੀ ਕਨੈਕਸ਼ਨ ਪ੍ਰੋਗਰਾਮ 'ਚ, ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਤੇ ਅਸੀਂ ਗੱਲ ਕਰਦੇ ਪਏ ਸੀ ਕਿ ਕਿਵੇਂ ਮੈਰਿਜ ਤੇ ਫੈਮਿਲੀ ਦੇ ਡਾਇਨਾਮਿਕਸ ਚੇਂਜ ਹੁੰਦੇ ਰਹੇ ਨੇ ਥਰੂ ਆਊਟ ਦੀ ਈਅਰਸ, ਕੀ ਵੇਰੀਏਸ਼ਨਸ ਆਈਆਂ ਨੇ। ਤੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਮੈਂ ਕੁਐਸਚਨ ਕਰਨਾ ਸੀਗਾ ਬਲਦੇਵ ਜੀ ਨੂੰ ਕਿ ਜੇ ਹੁਣ ਤੱਕ ਤਾਂ ਅਸੀਂ ਗੱਲ ਕੀਤੀ ਹੈ ਆਪੋਜ਼ਿਟ ਸੈਕਸ ਮੈਰਿਜ ਦੀ, ਹੁਣ ਅਸੀਂ ਗੱਲ ਕਰਦੇ ਨੇ ਸੇਮ ਸੈਕਸ ਮੈਰਿਜ ਦੀ। ਬਲਦੇਵ ਜੀ, ਅੱਜ ਕੱਲ੍ਹ ਇਹ ਜਿਹੜੀ ਸੇਮ ਸੈਕਸ ਮੈਰਿਜ ਹੈ ਇਹ ਲੀਗਲ ਹੋ ਗਈ ਹੈ ਕਾਫੀ ਕੰਟਰੀਜ਼ 'ਚ, ਈਵਨ ਇੰਡੀਆ 'ਚ ਵੀ ਇਹਨੂੰ ਲੀਗਲਾਈਜ਼ਡ ਕਰ ਦਿੱਤਾ ਗਿਆ ਇੱਕ ਹੱਦ ਤੱਕ। ਬਟ ਹਲੇ ਵੀ ਜਿਹੜੇ ਸਾਡੀ ਸੋਚ ਹੈ ਕਿ ਨਹੀਂ ਇਹ ਗਲਤ ਹੈ, ਇਹ ਇੱਕ ਤਰੀਕੇ ਦਾ ਸਿਨ ਹੈ ਸਾਡੇ ਰਿਲੀਜਨ ਦੇ ਹਿਸਾਬ ਨਾਲ ਜਾਂ ਸਾਡੇ ਬਿਲੀਫ ਦੇ ਹਿਸਾਬ ਦੇ ਨਾਲ, ਇਹ ਹਲੇ ਵੀ ਪ੍ਰੀਵੇਲ ਕਰਦਾ ਪਿਆ ਹੈ। ਇਹ ਸਿਰਫ ਜੇ ਗੱਲ ਕਰੀਏ ਸਿਰਫ ਪੰਜਾਬੀ ਕਮਿਊਨਿਟੀ ਦੀ ਗੱਲ ਨਹੀਂ ਹੋ ਰਹੀ ਹੈ, ਇਹ ਬਾਕੀ ਕਮਿਊਨਿਟੀਜ਼ ਦੀ ਵੀ ਗੱਲ ਹੋ ਰਹੀ ਹੈ ਇੱਥੇ। ਤੇ ਇਸ ਕਰਕੇ ਹਲੇ ਵੀ ਜਿਹੜੇ ਆਈਡੈਂਟੀਫਾਈ ਕਰਦੇ ਨੇ LGBTQ+ ਕਮਿਊਨਿਟੀ ਨੂੰ, ਉਹ ਹਲੇ ਵੀ ਦਬ ਕੇ ਰਹਿ ਰਹੇ ਨੇ, ਓਪਨਲੀ ਉਹ ਬਾਹਰ ਨਹੀਂ ਆਏ ਨੇ। ਤੇ ਕਈ ਜਿਹੜੇ ਫਾਈਨੈਂਸ਼ੀਅਲੀ ਸਟੇਬਲ ਹੁੰਦੇ ਨੇ, ਠੀਕ ਹੈ, ਉਹ ਆਪਣੇ ਸ਼ਹਿਰ ਤੋਂ, ਆਪਣੇ ਦੇਸ਼ ਤੋਂ ਬਾਹਰ ਆ ਜਾਂਦੇ ਨੇ, ਠੀਕ ਹੈ, ਉਹ ਅਮਰੀਕਾ ਜਾਂ ਕੈਨੇਡਾ ਸਾਈਡ ਆ ਜਾਂਦੇ ਨੇ ਆਪਣੇ ਜਿਹੜਾ ਉਹਨਾਂ ਦਾ
ਜੀਵਨ ਹੈ ਉਹਨਾਂ ਨੂੰ ਇੱਕ ਖੁਸ਼ਹਾਲ ਤਰੀਕੇ ਨਾਲ ਜੀਣ ਲਈ, ਉਸ ਇਨਸਾਨ ਨਾਲ ਜੀਣ ਲਈ ਜਿਹਨੂੰ ਉਹ ਪਿਆਰ ਕਰਦੇ ਨੇ। ਬਟ ਜਿਹੜੇ ਨਹੀਂ ਹੈਗੇ ਨੇ, ਜਿਹੜੇ ਛੋਟੇ ਸ਼ਹਿਰਾਂ ਤੋਂ ਬਿਲੋਂਗ ਕਰਦੇ ਨੇ, ਜਿਨ੍ਹਾਂ ਕੋਲ ਇੰਨਾ ਫਾਈਨੈਂਸ਼ੀਅਲੀ ਬੈਕਅਪ ਨਹੀਂ ਹੈਗਾ ਕਿ ਉਹ ਉਸ ਜਗ੍ਹਾ ਤੋਂ ਨਿਕਲ ਸਕੇ, ਉਹ ਉੱਥੇ ਹੀ ਦਬਦੇ ਰਹਿ ਜਾਂਦੇ ਹੈ। ਜੇ ਉਹ ਕਦੇ ਆਪਣੇ ਆਪ ਨੂੰ ਖੁੱਲ੍ਹ ਕੇ ਐਕਸਪ੍ਰੈਸ ਨਹੀਂ ਕਰ ਪਾਉਂਦੇ, ਉਹ ਬਾਹਰ ਨਹੀਂ ਆ ਪਾਉਂਦੇ। ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਕਿ ਇੱਦਾਂ ਉਹ ਇੱਕ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ, ਬਾਹਰ ਆਉਣ, ਡਰੇ ਨਾ ਹੋ ਇਸ ਚੀਜ਼ ਤੋਂ ਕਿ ਉਹਨਾਂ ਨੂੰ ਕਿਵੇਂ ਦੇਖਿਆ ਜਾਏਗਾ, ਕਿਸ ਚੀਜ਼ ਨਾਲ ਕਿਵੇਂ ਉਹਨਾਂ ਨੂੰ ਅੰਡਰਸਟੈਂਡ ਕੀਤਾ ਜਾਏਗਾ, ਠੀਕ ਹੈ। ਦੂਜਾ, ਉਹ ਨੌਜਵਾਨ, ਉਹ ਬਜ਼ੁਰਗ ਜਿਹੜੇ ਅੱਜ ਵੀ ਇਸ ਚੀਜ਼ ਨੂੰ ਗਲਤ ਮੰਨਦੇ ਨੇ, ਉਹਨਾਂ ਦਾ ਖਿਆਲ ਕਿਵੇਂ ਚੇਂਜ ਕਰਿਆ ਜਾ ਸਕਦਾ ਹੈ? ਜੀ, ਇਹਦੇ ਵਾਸਤੇ ਗੁਲਸ਼ਨ ਜੀ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਹਿੰਦੁਸਤਾਨ ਬ੍ਰਿਟਨ ਦੀ ਗੁਲਾਮੀ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਸੀ। ਅਗਰ ਆਪਾਂ ਹਿਸਟੋਰੀਕਲੀ ਦੇਖੀਏ, ਮਤਲਬ ਕਿ ਹਜ਼ਾਰਾਂ ਸਾਲ ਪਹਿਲਾਂ ਇੰਡੀਅਨ ਸਭਿਅਤਾ ਦੇਖੀਏ, ਉਹਦੇ ਵਿੱਚ ਸੇਮ ਸੈਕਸ ਰਿਲੇਸ਼ਨਸ਼ਿਪ ਨੂੰ ਤਬੂ ਦੇ ਤੌਰ 'ਤੇ ਨਹੀਂ ਸੀ ਮੰਨਿਆ ਜਾਂਦਾ ਵੀ ਇਹ ਕੋਈ ਬਹੁਤ ਮਾੜਾ ਕੰਮ ਆ, ਇਸ ਤਰ੍ਹਾਂ ਨਹੀਂ ਸੀਗਾ। ਇੱਕ ਜਨਰਲੀ ਐਕਸੈਪਟੈਂਸ ਸੀਗੀ। ਔਰ ਇੰਡੀਅਨ ਸਿਵਲਾਈਜੇਸ਼ਨ ਦੇ ਵਿੱਚ ਇੱਕ ਖਾਸੀਅਤ ਰਹੀ ਆ ਕਿ ਕੋਈ ਵੀ ਵਿਲੱਖਣਤਾ ਨੂੰ ਮਾਨਤਾ ਦਿੱਤੀ ਜਾਂਦੀ ਸੀ। ਅਗਰ ਤੁਸੀਂ ਡਿਸੇਬਲਡ ਹੋ ਤਾਂ ਵੀ ਤੁਸੀਂ ਉੱਥੇ ਹੀ ਰਹਿ ਰਹੇ ਹੋ, ਅਗਰ ਤੁਸੀਂ ਮਤਲਬ ਕਿ ਸੋ ਕਾਲਡ ਸੁਸਾਇਟੀ ਦੇ ਵਿੱਚ ਫਿੱਟ ਹੁੰਦੇ ਹੋ ਤਾਂ ਵੀ ਤੁਸੀਂ ਰਹਿੰਦੇ ਹੋ। ਸੋ ਆਪਣਾ ਇੱਕ ਇਹੋ ਜਿਹਾ ਮਤਲਬ ਕਿ ਸਭਿਅਤਾ ਸੀਗੀ। ਮੈਂ ਤੁਹਾਨੂੰ ਐਗਜ਼ਾਮਪਲ 'ਤੇ ਦੇ ਸਕਦਾ ਕਿ ਜਿੱਥੇ ਆਪਾਂ ਨੇ ਬਹੁਤ ਜ਼ਿਆਦਾ ਧਰਮ ਦੇ ਉੱਤੇ ਜ਼ੋਰ ਦਿੱਤਾ, ਆਪਣੇ ਇਹੋ ਜਿਹੇ ਵੀ ਪੁਰਾਣੇ ਜ਼ਮਾਨੇ 'ਚ ਐਸੇ ਰਿਸ਼ੀ ਸੀ ਜਿਨ੍ਹਾਂ ਨੇ ਨਾਸਤਿਕਤਾ 'ਤੇ ਜ਼ੋਰ ਦਿੱਤਾ ਵੀ ਰੱਬ ਹੈ ਨਹੀਂ ਗਾ, ਅਤੇ ਉਹਨਾਂ ਦੀ ਵੀ ਓਨੀ ਹੀ ਮਾਨਤਾ ਸੀਗੀ। ਸੋ ਜਿਹੜੀ ਟੋਲਰੈਂਸ ਸੀਗੀ ਇੰਡੀਅਨ ਸਿਵਲਾਈਜੇਸ਼ਨ ਦੇ ਵਿੱਚ ਉਹ ਬਹੁਤ ਜ਼ਿਆਦਾ ਸੀਗੀ, ਅਤੇ ਇਹਦੇ ਰਿਲੇਸ਼ਨਸ਼ਿਪ 'ਤੇ ਵੀ, ਸੇਮ ਸੈਕਸ ਦੇ ਰਿਲੇਸ਼ਨਸ਼ਿਪ 'ਤੇ ਵੀ ਮਾਨਤਾ ਸੀਗੀ। ਸੋ ਇਸ ਚੀਜ਼ ਨੂੰ ਕੋਈ ਮਾੜੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ। ਫਿਰ ਜਿਹੜਾ ਕੰਜ਼ਰਵੇਟਿਵ ਦੌਰ ਆਇਆ, ਉਹ ਕੰਜ਼ਰਵੇਟਿਵ ਦੌਰ ਆਇਆ ਇਸਲਾਮ ਤੋਂ, ਅਤੇ ਹੋਰ ਵੀ ਜ਼ਿਆਦਾ ਕੱਟੜਪੰਥੀ ਦਾ ਦੌਰ ਆਇਆ ਅੰਗਰੇਜ਼ਾਂ ਦੇ 200 ਸਾਲ ਦੀ ਗੁਲਾਮੀ ਦਾ। ਸੋ ਜਿਹੜੇ ਅੱਜ ਦੇ ਨੌਜਵਾਨ ਆ, ਉਹ ਜਦੋਂ ਇਸ ਚੀਜ਼ ਨੂੰ ਦੇਖਦੇ ਆ, ਉਹ ਮੁਗਲਾਂ ਦੀ ਗੁਲਾਮੀ, ਅੰਗਰੇਜ਼ਾਂ ਦੀ ਗੁਲਾਮੀ ਤੇ ਉਹਨਾਂ ਦੀ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ ਦੇਖਦੇ ਆ, ਤੇ ਉਹ ਸੋਚਦੇ ਆ ਕਿ ਸਾਡੀ ਸਭਿਅਤਾ ਦੀ ਇਹ ਦੇਣ ਆ, ਸਾਡੀ ਸਭਿਅਤਾ ਦੀ ਇਹ ਨਜ਼ਰੀਆ ਨਹੀਂਗਾ। ਸਾਡੇ ਸਭਿਅਤਾ ਦੇ ਵਿੱਚ ਹਰ ਇੱਕ ਵਿਲੱਖਣਤਾ ਨੂੰ, ਪ੍ਰਕਿਰਤੀ ਦੀ, ਸ੍ਰਿਸ਼ਟੀ ਦੀ ਵਿਲੱਖਣਤਾ ਨੂੰ ਮਾਨਤਾ ਦਿੱਤੀ ਜਾਂਦੀ ਸੀ। ਸੋ ਇੱਕ ਤਾਂ ਇਹ ਸਮਝਣਾ ਪਊਗਾ। ਇਹਦੇ ਉੱਤੇ ਮਤਲਬ ਕਿ ਫਿਰ ਆਪਾਂ ਥੋੜ੍ਹਾ ਜਿਹਾ ਡੀਪਰ ਡਿਸਕਸ਼ਨ ਕਰ ਸਕਦੇ ਹਾਂ। ਹੁਣ ਕੁਐਸਚਨ ਹੈਗਾ ਕਿ ਜੇ ਕੋਈ ਇਨਸਾਨ ਦੀ ਇਹ ਚਾਹਤ ਆ ਔਰ ਉਹਦਾ ਇਹ ਜ਼ਰੂਰਤ ਆ ਬਈ ਉਹ ਹੋਰ ਇਹੋ ਜਿਹੇ ਇਨਸਾਨ ਲੱਭੇ ਜਿਹੜੇ ਉਹਦੇ ਸੋਚ ਦੇ ਨਾਲ ਮਿਲਦੇ ਆ, ਤਾਂ ਉਸ ਰਿਲੇਸ਼ਨਸ਼ਿਪ ਨੂੰ ਮਾਨਤਾ ਵੈਸਟਰਨ ਸਿਵਲਾਈਜੇਸ਼ਨ ਨੇ ਤੇ ਇੰਡੀਅਨ ਸਿਵਲਾਈਜੇਸ਼ਨ ਨੇ ਹੁਣ ਕਾਨੂੰਨੀ ਤੌਰ 'ਤੇ ਦਿੱਤੀ ਆ। ਲੇਕਿਨ ਜਿਹੜੀ ਗੁਲਾਮੀ ਆ 200 ਸਾਲ ਦੀ, ਉਹਨੂੰ ਆਪਾਂ ਕਿਵੇਂ ਦੂਰ ਕਰਾਂਗੇ? ਉਹ ਤਾਂ ਐਜੂਕੇਸ਼ਨ ਦੇ ਥਰੂ ਹੀ ਆਊਗੀ। ਸੋ ਹੁਣ ਬਹੁਤ ਸਾਰੇ ਮਤਲਬ ਕਿ ਜਿਹੜੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ 'ਚ ਹੈਗੇ ਆ, ਜਿਨ੍ਹਾਂ ਨੇ ਕਿ ਹੁਣ ਹੌਲੀ ਹੌਲੀ ਕਰਕੇ ਇਸ ਚੀਜ਼ ਨੂੰ ਐਕਸੈਪਟੈਂਸ ਦੇਣੀ ਸ਼ੁਰੂ ਕੀਤੀ ਆ ਵੀ ਜੇ ਸਾਡੇ ਬੱਚੇ ਨੇ ਇਹ ਐਕਸੈਪਟ ਕੀਤਾ ਕਿ ਮੈਂ ਮਤਲਬ ਕਿ ਇੱਕ ਮੁੰਡਾ ਅਤੇ ਮੈਂ ਜਿਹਦੇ ਨਾਲ ਮੈਂ ਵਿਆਹ ਕਰਾਊਂਗਾ ਉਹ ਵੀ ਇੱਕ ਮੁੰਡਾ, ਸੋ ਅਗਰ ਉਹਨਾਂ ਦਾ ਇਹ ਰਿਲੇਸ਼ਨਸ਼ਿਪ ਆ ਤਾਂ ਉਸ ਚੀਜ਼ ਨੂੰ ਪੇਰੈਂਟਸ ਨੇ ਐਕਸੈਪਟ ਕੀਤਾ। ਥੋੜ੍ਹੇ ਆ ਲੇਕਿਨ ਇੱਕ ਟਰੈਂਡ ਜਿਹਾ ਸ਼ੁਰੂ ਹੁੰਦਾ ਦਿਖਦਾ। ਸੋ ਇਹ ਬਹੁਤ ਇੰਪੋਰਟੈਂਟ ਆ ਕਿ ਜਿਹੜੀ ਸੇਮ ਸੈਕਸ ਰਿਲੇਸ਼ਨਸ਼ਿਪ ਆ, ਅਗਰ ਆਪਾਂ ਪ੍ਰਡੋਮੀਨੈਂਟਲੀ ਪੇਰੈਂਟਸ ਉਸ ਨਿਗਾਹ ਨਾਲ ਦੇਖਣ ਕਿ ਕੀ ਸਾਡੇ ਬੱਚੇ ਦੀ ਕੀ ਖੁਸ਼ੀ ਆ, ਅਗਰ ਆਪਾਂ ਇਸ ਚੀਜ਼ ਨੂੰ ਕਰਾਂਗੇ ਤਾਂ ਉਹਦੇ ਨਾਲ ਪੇਰੈਂਟਸ ਦਾ ਤੇ ਬੱਚੇ ਦਾ ਰਿਲੇਸ਼ਨਸ਼ਿਪ ਵੀ ਸਹੀ ਰਹੂਗਾ। ਕਿਉਂਕਿ ਅਲਟੀਮੇਟਲੀ ਅਗਰ ਆਪਣਾ ਕਲਚਰ ਇੱਕ ਸਾਂਝੀਵਾਲਤਾ ਦਾ ਕਲਚਰ ਆ, ਤਾਂ ਫਿਰ ਜੇ ਤੁਸੀਂ ਉਸ ਨਾਲ ਨਹੀਂ ਵੀ ਐਗਰੀ ਕਰੋਗੇ, ਉਹ ਕਹੂਗਾ ਠੀਕ ਆ ਮੈਂ ਬਾਹਰ ਹੋ ਜਾਣਾ, ਤੇ ਫਿਰ ਤੁਸੀਂ ਮਤਲਬ ਕਿ ਉਸ ਚੀਜ਼ ਨਾਲ ਕਿਵੇਂ ਡੀਲ ਕਰੋਗੇ। ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਇਹ ਬਹੁਤ ਕਲੀਅਰ ਆ ਕਿ ਬਹੁਤ ਸਾਰੇ ਜਿਹੜੇ
ਆਪਣੇ ਸੇਮ ਸੈਕਸ ਰਿਲੇਸ਼ਨਸ਼ਿਪ 'ਚ ਆ, ਉਹਦੇ ਵਿੱਚ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਆਉਣ ਵਾਲੇ ਜ਼ਮਾਨੇ 'ਚ ਹੋਰ ਵੀ ਜ਼ਿਆਦਾ ਐਕਸੈਪਟੈਂਸ ਹੋਊਗੀ, ਪਰ ਹੁਣ ਇੱਕ ਸ਼ੁਰੂਆਤ ਹੋਈ ਆ, ਲੇਕਿਨ ਹਜੇ ਬਹੁਤ ਜ਼ਿਆਦਾ ਕੰਮ ਬਾਕੀ ਆ। ਇਹਦੇ ਵਿੱਚ ਥੋੜ੍ਹੀ ਜਿਹੀ ਹੋਰ ਜਾਂਚ ਪੜਤਾਲ ਦੀ ਲੋੜ ਆ, ਆਰਟੀਕਲਸ ਦੀ ਲੋੜ ਆ ਕਿ ਇਹ ਹੁੰਦਾ ਕੀ ਆ। ਕਈ ਕਹਿੰਦੇ ਆ ਵੀ ਲੈ ਇਹ ਤਾਂ ਉਹ ਚੁੱਪ ਕਰਕੇ ਉਹਨਾਂ ਦਾ ਵਿਆਹ ਕਰ ਦੋ ਆਪੇ ਠੀਕ ਹੋ ਜਾਣਗੇ। ਉਹਨਾਂ ਨੂੰ ਬਾਇਓਲੋਜੀਕਲ ਰੀਜ਼ਨਸ, ਸਾਈਕੋਲੋਜੀਕਲ ਰੀਜ਼ਨਸ, ਇਮੋਸ਼ਨਲ ਬਣਤਰ, ਲਾਈਕਸ ਐਂਡ ਡਿਸਲਾਈਕਸ ਦੇ ਬਾਰੇ ਉਹਨਾਂ ਨੂੰ ਕਿਉਂਕਿ ਬਾਹਲਾ ਗਿਆਨ ਨਹੀਂ ਗਾ, ਉਹ ਸੋਚਦੇ ਆ ਕਿ ਇਹ ਇੱਕ ਸਿੱਖੀ ਹੋਈ ਪ੍ਰਕਿਰਿਆ, ਲੇਕਿਨ ਇਹ ਸਿੱਖੀ ਹੋਈ ਪ੍ਰਕਿਰਿਆ ਨਹੀਂ ਗੀ। ਇਹ ਤੁਹਾਡੀ ਜਦੋਂ ਤੁਸੀਂ ਕੋਈ ਮੇਰਾ ਖਿਆਲ 'ਚ ਅਰਾਊਂਡ ਐਨੀਵੇਅਰ ਅਰਾਊਂਡ 5 ਸਾਲ ਤੋਂ ਲੈ ਕੇ 12 ਕੁ ਸਾਲ ਤੱਕ ਦੀ ਏਜ 'ਚ ਤੁਸੀਂ ਕਿਸੇ ਟਾਈਮ ਵੀ ਤੁਹਾਡੀ ਜਿਹੜੀ ਡਿਵੈਲਪਮੈਂਟ ਆ, ਕਿਸੇ ਦੇ ਪ੍ਰਤੀ ਅਟਰੈਕਸ਼ਨ ਆ, ਉਹ ਹੋ ਸਕਦਾ ਤੁਹਾਡੀ ਆਪੋਜ਼ਿਟ ਸੈਕਸ ਨਾਲ ਹੋਵੇ, ਉਹ ਹੋ ਸਕਦਾ ਤੁਹਾਡੀ ਸੇਮ ਸੈਕਸ ਨਾਲ ਹੋਵੇ। ਸੋ ਜਦੋਂ ਇਹ ਅੰਦਰੂਨੀ ਤੌਰ 'ਤੇ ਕੁਦਰਤੀ ਤੌਰ 'ਤੇ ਤੁਹਾਡੀ ਇਹ ਅਟਰੈਕਸ਼ਨ ਆਉਂਦੀ ਆ, ਉਹਦੇ 'ਚ ਆਪਾਂ ਨਾ ਕੋਈ ਲੈਣ ਦੇਣ ਨਹੀਂ ਗਾ, ਆਪਾਂ ਕੋਈ ਦਵਾਈ ਨਹੀਂ ਦੇ ਸਕਦੇ, ਆਪਾਂ ਕੋਈ ਟੀਕਾ ਨਹੀਂ ਲਾ ਸਕਦੇ, ਆਪਾਂ ਕੋਈ ਪ੍ਰੋਗਰਾਮਿੰਗ ਨਹੀਂ ਕਰ ਸਕਦੇ ਵੀ ਤੁਸੀਂ ਚੇਂਜ ਕਰੋ। ਸੋ ਇਸ ਕਰਕੇ ਜਿਹੜੇ ਬਹੁਤ ਜ਼ਿਆਦਾ ਰਿਜਿਡਲੀ ਇਸ ਚੀਜ਼ ਨੂੰ ਇੰਪਲੀਮੈਂਟ ਕਰਦੇ ਆ ਕਿ ਸੇਮ ਸੈਕਸ ਰਿਲੇਸ਼ਨਸ਼ਿਪ ਨਹੀਂ ਹੋਣਾ ਚਾਹੀਦਾ, ਉਹਦੇ 'ਚ ਤੁਸੀਂ ਉਹ ਅੰਡਰਗਰਾਊਂਡ ਹੋ ਜਾਣਗੇ, ਹੋਰ ਤਾਂ ਕੁਝ ਹੋਣਾ ਹੀ ਨਹੀਂਗਾ ਫਿਰ। ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਅਮਰੀਕਾ 'ਚ, ਕੈਨੇਡਾ 'ਚ, ਹੋਰ ਵਿਕਸਿਤ ਦੇਸ਼ਾਂ ਦੇ ਵਿੱਚ ਜਦੋਂ ਇੱਥੇ ਇਹਨਾਂ ਨੇ ਇਲੀਗਲ ਸੀਗਾ ਤੇ ਉਦੋਂ ਕਿਤੇ ਸੇਮ ਸੈਕਸ ਰਿਲੇਸ਼ਨਸ਼ਿਪਸ ਨਹੀਂ ਸੀ ਹੁੰਦੇ ਸੀਗੇ। ਸੇਮ ਸੈਕਸ ਰਿਲੇਸ਼ਨਸ਼ਿਪ ਸੀ, ਇਹ ਜੇਲ੍ਹਾਂ 'ਚ ਵੀ ਪਾਉਂਦੇ ਰਹੇ ਆ ਬੰਦਿਆਂ ਨੂੰ, ਲੇਕਿਨ ਉਹਦੇ ਨਾਲ ਕੀ ਉਹ ਪ੍ਰੋਬਲਮ ਕਿਤੇ ਖਤਮ ਹੋ ਗਈ? ਨਹੀਂ, ਪ੍ਰੋਬਲਮ ਕਿਤੇ ਨਹੀਂ ਖਤਮ ਹੋਈ। ਸੋ ਐਜ਼ ਏ ਰਿਜ਼ਲਟ ਜਿਹੜਾ ਆਪਾਂ ਦੇਖਿਆ ਜਾਵੇ ਤਾਂ ਉਹਦੇ 'ਚ ਬੈਟਰ ਹੈਗਾ ਕਿ ਜਿਹੜੀ ਮਾਡਰਨ ਤਰੀਕੇ ਨਾਲ ਅੰਡਰਸਟੈਂਡ ਕਰਕੇ ਉਹਨੂੰ ਸਮਝ ਸਕੀਏ ਤੇ ਫਿਰ ਉਹਦੇ ਨਾਲ ਆਪਾਂ ਡੀਲ ਕਰ ਸਕਦੇ ਹਾਂ। ਸੋ ਇਹ ਮਤਲਬ ਕਿ ਬਹੁਤ ਇੰਪੋਰਟੈਂਟ ਆ ਕਿ ਇਹ ਜਿਹੜੇ ਨਵੇਂ ਇਸ਼ੂਜ਼ ਉੱਭਰ ਕੇ ਆਉਂਦੇ ਆ, ਇਹਨਾਂ ਤੋਂ ਡਰਨਾ ਨਹੀਂ ਚਾਹੀਦਾ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਜਦੋਂ ਆਪਾਂ ਸਮਝ ਲੈਂਦੇ ਆ ਫਿਰ ਆਪਣਾ ਜਿਹੜਾ ਉਹ ਡਰ ਹੁੰਦਾ ਉਹ ਘਟ ਜਾਂਦਾ। ਹਾਂਜੀ, ਇਹ ਤਾਂ ਗੱਲ ਤੁਸੀਂ ਸਹੀ ਕੀਤੀ ਹੈ। ਹੁਣ ਜੇ ਆਪਾਂ ਗੱਲ ਕਰੀਏ ਕਿ ਇੱਕ ਅਬਿਊਜ਼ ਹੈਗਾ, ਫੈਮਿਲੀ ਅਬਿਊਜ਼ ਹੈਗਾ, ਠੀਕ ਹੈ, ਇੰਟੀਮੇਟ ਪਾਰਟਨਰ ਅਬਿਊਜ਼ ਹੈਗਾ, ਇਹ ਸਾਰਾ ਕੁਝ ਪ੍ਰੋਮੀਨੈਂਟ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ, ਆਪਣੇ ਵਰਲਡ ਦੇ ਵਿੱਚ। ਇਹ ਤੁਹਾਨੂੰ ਕਿਤੇ ਵੀ ਕੋਈ ਵੀ ਕੇਸ ਮਿਲ ਸਕਦਾ ਹੈ, ਆਪਣੇ ਫੈਮਿਲੀ ਦੇ ਵਿੱਚ ਵੀ ਮਿਲ ਸਕਦਾ ਹੈ, ਨੇਬਰਸ ਦੇ ਵਿੱਚ ਵੀ ਮਿਲ ਸਕਦਾ ਹੈ। ਇਹ ਜਿਹੜਾ ਫੈਮਿਲੀ ਅਬਿਊਜ਼ ਨੂੰ ਇੱਕ ਰੋਡ ਲੀਡ ਕਰਦੀ ਹੈ, ਉਹਦੇ ਵਿੱਚ ਸੋਸ਼ਲ ਤੇ ਜਿਹੜੇ ਇੰਟਰਪਰਸਨਲ ਇੰਪੈਕਟ ਹੈ ਉਹ ਕੀ ਰੋਲ ਪਲੇ ਕਰਦੇ ਨੇ? ਜਦੋਂ ਰਿਲੇਸ਼ਨਸ਼ਿਪ ਦੇ ਵਿੱਚ ਪਾਵਰ ਇੰਬੈਲੈਂਸ ਹੋ ਜਾਊਗਾ, ਉਹ ਰਿਲੇਸ਼ਨਸ਼ਿਪ ਅਬਿਊਸਿਵ ਕਹਿਲਾਉਂਦਾ, ਕਿਉਂਕਿ ਇਹਦਾ ਮਤਲਬ ਇੱਕ ਬੰਦੇ ਨੇ ਜ਼ਿਆਦਾ ਪਾਵਰ ਲਿੱਤੀ ਹੋਈ ਆ। ਜ਼ਿਆਦਾ ਇਹ ਮੰਨਿਆ ਜਾਂਦਾ ਕਿ 70% ਜਿਹੜੇ ਆਦਮੀ ਆ ਉਹ ਔਰਤਾਂ ਤੇ ਅਬਿਊਜ਼ ਕਰਦੇ ਆ, ਪਰ 30% ਔਰਤਾਂ ਆਦਮੀ ਨੂੰ ਵੀ ਅਬਿਊਜ਼ ਕਰਦੀਆਂ, ਕਿਉਂਕਿ ਉਹਨਾਂ ਨੇ ਪਾਵਰ ਡਾਇਨਾਮਿਕਸ 'ਚ ਇਹ ਸਿੱਖ ਲਿਆ ਹੁੰਦਾ ਕਿ ਅਸੀਂ ਇਸ ਬੰਦੇ ਨੂੰ ਕਿਵੇਂ ਅਸੀਂ ਅਬਿਊਜ਼ ਕਰ ਸਕਦੇ ਹਾਂ ਆਪਣੀ ਤਾਕਤ ਦੇ ਜ਼ਰੀਏ। ਲੇਕਿਨ 70% ਕਿਉਂਕਿ ਹਿਸਟੋਰੀਕਲੀ ਆਦਮੀ ਨੂੰ ਬੜਾ ਔਖਾ ਲੱਗਦਾ ਆਪਣੀਆਂ ਸਮਝੌਤੇ ਦੇ ਨਾਲ ਇੱਕ ਦੂਜੇ ਨਾਲ ਡੀਲ ਕਰਨਾ, ਕਿਉਂਕਿ ਉਹਦੀਆਂ ਬੋਲਣ ਦੀ ਮੁਹਾਰਤ ਘੱਟ ਹੁੰਦੀ ਆ ਆਦਮੀ ਦੀ, ਔਰਤ ਦੀ ਬੋਲਣ ਦੀ ਮੁਹਾਰਤ ਜ਼ਿਆਦਾ ਹੁੰਦੀ ਆ। ਸੋ ਜਦੋਂ ਕੋਈ ਇਨਸਾਨ ਜਿਹੜੇ ਦੋ ਬੰਦਿਆਂ ਨੂੰ ਆਪਾਂ ਨੇ ਇਕੱਠੇ ਕੀਤਾ ਤੇ ਉਹਦੇ ਵਿੱਚ ਇੱਕ ਬੰਦਾ ਆਪਣੀ ਤਾਕਤ ਦਾ ਇਸਤੇਮਾਲ ਕਰਦਾ ਦੂਸਰੇ ਨੂੰ ਕੰਟਰੋਲ ਕਰਨ ਦੀ ਖਾਤਰ। ਹੁਣ ਜੇ ਮੇਰੇ ਵਿਚਾਰ ਹੈਗੇ ਕਿ ਮੇਰੀ ਵਾਈਫ ਕਿਸੇ ਹੋਰ ਆਦਮੀ ਨਾਲ ਗੱਲ ਨਾ ਕਰੇ ਤੇ ਤੁਸੀਂ ਪਾਰਟੀ ਦੇ ਵਿੱਚ ਜਾਂਦੇ ਹੋ ਤੇ ਅਗਲੇ ਨੇ ਕਿਹਾ ਭੈਣ ਜੀ ਸਤਿ ਸ੍ਰੀ ਅਕਾਲ ਤੇ ਤੁਸੀਂ ਵੀ ਕਿਹਾ ਵੀ ਜੀ ਸਤਿ ਸ੍ਰੀ ਅਕਾਲ, ਤੇ ਮੈਂ ਉਸ ਤੇ ਹੀ ਔਖਾ ਹੋ ਗਿਆ ਵੀ ਤੂੰ ਉਹਨੂੰ ਸਤਿ ਸ੍ਰੀ ਅਕਾਲ ਕਿਉਂ ਬੁਲਾਈ। ਤੇ ਇਹਦਾ ਮਤਲਬ ਹੁਣ ਮੈਂ ਅਗਲੇ ਬੰਦੇ ਦਾ ਸਤਿ ਸ੍ਰੀ ਅਕਾਲ ਬੋਲਣਾ ਵੀ ਪਸੰਦ ਨਹੀਂ ਕਰਦਾ, ਤੇ ਇਹ ਤਾਂ ਮੇਰੀ ਪ੍ਰੋਬਲਮ ਹੋਈ ਨਾ, ਪਰ ਮੈਂ ਬਲੇਮ ਉਹਨੂੰ ਕਰਨਾ ਵੀ ਤੂੰ ਐਵੇਂ ਜਾ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਜਾਂਦੀ ਆ, ਤੇ ਉਹ ਕਹਿੰਦੀ ਫਿਰ ਮੈਂ ਕੀ ਕਰਾਂ। ਸੋ ਆਹ ਜਿਹੜੇ ਕਨਸੈਪਟਸ ਹੈਗੇ ਆ ਕੰਟਰੋਲ ਦੇ, ਇਹਨੂੰ ਆਦਮੀਆਂ ਨੇ ਕਿਵੇਂ ਇੰਟਰਪ੍ਰੇਟ ਕੀਤਾ, ਇਹ ਬੜੀ ਇੰਟਰਸਟਿੰਗ ਕਹਾਣੀ ਆ। ਜਦੋਂ ਔਰਤ ਇਸ ਚੀਜ਼ ਨੂੰ ਦੇਖਦੀ ਆ ਵੀ ਤੂੰ ਮੇਰੇ ਤੇ ਹਰ ਇੱਕ ਵਾਰੀ ਸ਼ੱਕ ਕਰਦਾ ਜਦੋਂ ਮੈਂ ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੀ ਆ, ਉਹ ਕਹਿੰਦਾ ਨਹੀਂ ਤੂੰ ਹੈਗੀ ਆ ਨਾਦਾਨ, ਤੂੰ ਹੈਗੀ ਆ ਲੋਲੜ, ਤੇ ਜੇ ਮੈਂ ਤੈਨੂੰ ਪ੍ਰੋਟੈਕਟ ਨਾ ਕੀਤਾ, ਮੈਂ ਤੇਰੀ ਹਿਫਾਜ਼ਤ ਨਾ ਕੀਤੀ, ਤੈਨੂੰ ਤਾਂ ਕੋਈ ਵੀ ਲੈ ਜਾਊਗਾ ਹੱਥ ਫੜ ਕੇ। ਉਹ ਕਹਿੰਦੀ ਕਿ ਮੈਂ ਪਾਗਲ ਨਾ, ਤੂੰ ਮੈਨੂੰ ਮਤਲਬ ਕਿ ਇਸ ਤਰ੍ਹਾਂ ਦੀ ਸਮਝਿਆ ਹੋਇਆ।
ਸੋ ਆ ਜਿਹੜਾ ਇਸ਼ੂ ਆ ਨਾ, ਜਦੋਂ ਮਤਲਬ ਕਿ ਮੈਂ ਇੱਕ ਲੰਬੇ ਆਦਮੀਆਂ ਨਾਲ ਕੰਮ ਕੀਤਾ ਕੋਈ 20-25 ਸਾਲ, ਤੇ ਮੈਂ ਉਹਦੇ ਦੌਰਾਨ ਇਹ ਦੇਖਿਆ ਕਿ ਜਿਹੜੀ ਆਦਮੀ ਦੀ ਅੰਡਰਸਟੈਂਡਿੰਗ ਆ ਪ੍ਰੋਟੈਕਸ਼ਨ ਦੀ, ਉਹ ਐਕਚੁਅਲੀ ਪ੍ਰੋਟੈਕਸ਼ਨ ਨਹੀਂ ਹੁੰਦੀ ਔਰਤ ਦੀ, ਉਹ ਕੰਟਰੋਲ ਹੁੰਦਾ। ਕਿਉਂਕਿ ਜਿਹੜੀ ਔਰਤ ਆ ਉਹ ਇਸ ਚੀਜ਼ ਨੂੰ ਸਫੋਕੇਟ ਹੋ ਰਹੀ ਆ ਵੀ ਨਾ ਤਾਂ ਤੂੰ ਮੈਨੂੰ ਬਾਹਰ ਜਾਣ ਦੇਣਾ, ਤੂੰ ਮੇਰੀ ਲਿਪਸਟਿਕ ਤੇ ਤੈਨੂੰ ਪ੍ਰੋਬਲਮ ਆ, ਮੇਰੇ ਕੱਪੜਿਆਂ ਤੇ ਤੈਨੂੰ ਪ੍ਰੋਬਲਮ ਆ, ਮੇਰੇ ਪਾਰਟੀ ਤੇ ਜਾਣ ਤੇ ਤੈਨੂੰ ਪ੍ਰੋਬਲਮ ਆ, ਤੇ ਮੈਂ ਹਜੇ ਕੁਝ ਕਰ ਹੀ ਨਹੀਂ ਰਹੀ ਹੁੰਦੀ, ਤੂੰ ਕਹਿੰਦਾ ਵੀ ਉਹ ਆਦਮੀ ਤੇਰੇ ਕੰਨੀ ਦੇਖੀ ਜਾਂਦਾ, ਤੇ ਫਿਰ ਮੈਂ ਕੀ ਕਰਾਂ ਜੇ ਉਹ ਆਦਮੀ ਮੇਰੇ ਕੰਨੀ ਦੇਖੀ ਜਾਂਦਾ ਤਾਂ। ਸੋ ਜਿਹੜਾ ਆਦਮੀ ਆ ਉਹਦੀਆਂ ਜਿਹੜੀਆਂ ਜਿਸ ਹਿਸਾਬ ਨਾਲ ਉਹਨੂੰ ਵੱਡਾ ਕੀਤਾ ਜਾਂਦਾ, ਉਸ ਹਿਸਾਬ ਨਾਲ ਉਹ ਆਪਣੀ ਔਰਤ ਨੂੰ ਉਹ ਚਾਹੁੰਦਾ ਤਾਂ ਹੈਗਾ ਕਿ ਮੈਂ ਇਹਦੀ ਹਿਫਾਜ਼ਤ ਕਰਾਂ, ਲੇਕਿਨ ਉਹ ਹੁੰਦਾ ਉਹਨੂੰ ਕੰਟਰੋਲ ਕਰਨਾ। ਤੇ ਜਦੋਂ ਫਿਰ ਅਗਲਾ ਬੰਦਾ ਮਹਿਸੂਸ ਕਰਦਾ ਵੀ ਯਾਰ ਇਹ ਬੰਦਾ ਤਾਂ ਮੇਰੇ ਤੇ ਜਮਾਂ ਹੀ ਨਹੀਂ ਕੋਈ ਟਰਸਟ ਕਰਦਾ, ਇਹ ਤਾਂ ਮੈਨੂੰ ਇਹੋ ਜਿਹਾ ਸਮਝਦਾ ਵੀ ਜਿਵੇਂ ਮੈਂ ਐਵੇਂ ਅਵਾਰਾ ਫਿਰਦੀ ਹੁੰਦੀ ਹਾਂ ਤਾਂ ਮੈਂ ਜਿਹਦੇ ਨਾਲ ਮਰਜ਼ੀ ਉੱਠ ਕੇ ਤੁਰ ਪੂੰਗੀ। ਆ ਜਿਹੜੀ ਕੰਟਰੋਲ ਵਾਲਾ ਜਿਹੜਾ ਇਸ਼ੂ ਆ ਨਾ, ਆਦਮੀ ਉਸ ਚੀਜ਼ ਨੂੰ ਮੰਨਦਾ ਹੀ ਨਹੀਂ ਵੀ ਮੈਂ ਕੰਟਰੋਲ ਕਰਦਾ, ਲੇਕਿਨ ਔਰਤ ਉਹਨੂੰ ਐਗਜ਼ਾਮਪਲਾਂ ਦੇ ਕੇ ਦੱਸਦੀ ਆ ਵੀ ਦੇਖ ਉਹ ਬੰਦੇ ਨੇ ਮੈਨੂੰ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ, ਕੀ ਮੈਂ ਉਹਨੂੰ ਬੁਲਾਈ ਕਿ ਨਹੀਂ? ਉਹ ਕਹਿੰਦਾ ਨਹੀਂ ਉਹਨੇ ਬੁਲਾਈ। ਤੇ ਫਿਰ ਕਹਿੰਦਾ ਕਿ ਤੈਨੂੰ ਜਵਾਬ ਦੇਣ ਦੀ ਕੀ ਲੋੜ ਸੀ? ਉਹ ਕਹਿੰਦੀ ਕਿਉਂ ਨਹੀਂ ਜਵਾਬ ਦੇਣਾ, ਮੈਨੂੰ ਲੈ ਕੇ ਕਿਉਂ ਗਿਆ ਫਿਰ ਉੱਥੇ? ਆ ਜਿਹੜੀਆਂ ਪ੍ਰੋਬਲਮਸ ਆ ਨਾ, ਇਹ ਮਾਡਰਨ ਪ੍ਰੋਬਲਮਸ ਹੈਗੀਆਂ, ਇਹ ਪ੍ਰਡੋਮੀਨੈਂਟਲੀ ਆਦਮੀ ਦੀਆਂ ਪ੍ਰੋਬਲਮਸ ਆ, ਲੇਕਿਨ 30% ਦੇ ਕਰੀਬ ਪ੍ਰੋਬਲਮਸ ਜਨਾਨੀਆਂ ਦਾ ਵੀ ਆ, ਕਿਉਂਕਿ ਉਹਨਾਂ ਨੇ ਵੀ ਇਹੀ ਕੁਝ ਕਰਨਾ ਸ਼ੁਰੂ ਕਰਤਾ। ਹੁਣ ਤੁਸੀਂ ਕਈ ਵਾਰੀ ਤੁਸੀਂ ਦੇਖੋਗੇ ਕਿ ਆਦਮੀ ਬੜੇ ਫਰਸਟ੍ਰੇਟ ਹੋ ਜਾਂਦੇ ਆ ਵੀ ਹਰ ਘੰਟੇ ਬਾਅਦ ਮੇਰੀ ਵਾਈਫ ਮੈਨੂੰ ਫੋਨ ਕਰ ਦਿੰਦੀ, ਅੱਛਾ ਕਿੱਥੇ ਹੋ? ਉਹ ਕਹਿੰਦਾ ਕੰਮ ਤੇ ਆ। ਵਾਈ ਆਰ ਯੂ ਫੋਨਿੰਗ ਮੀ? ਤੇ ਉਹਨਾਂ ਦੀ ਕੋਈ ਡੀਪ ਇਨਸਿਕਿਉਰਿਟੀ ਹੁੰਦੀ ਆ ਉਸ ਵਿਮਨ ਦੀ, ਲੇਕਿਨ ਉਹ ਕਨਵਰਟ ਕਰਦੀ ਆ ਕਿਉਂ ਮੈਂ ਹੁਣ ਤੇਰਾ ਪੁੱਛ ਨਹੀਂ ਸਕਦੀ, ਤੇਰੀ ਰਾਜੀ ਖੁਸ਼ੀ ਨਹੀਂ ਪੁੱਛ ਸਕਦੀ। ਉਹ ਕਹਿੰਦੇ ਵੀ ਤੂੰ ਰਾਜੀ ਖੁਸ਼ੀ ਪੁੱਛਦੀ ਮੈਂ ਟਰੱਕ ਚਲਾਉਣਾ, ਮੇਰਾ ਐਕਸੀਡੈਂਟ ਕਰਾ ਦੇਂਗੀ, ਵੀ ਰਹਿਣ ਦੇ ਬੱਸ ਕਰਿਆ ਕਰ। ਆ ਜਿਹੜਾ ਕੰਟਰੋਲ ਤੇ ਕੇਅਰ ਆ, ਇਹਦੇ 'ਚ ਬਹੁਤ ਬਰੀਕੀ ਦਾ ਫਰਕ ਆ। ਇੱਕ ਪਾਸੇ ਕੰਟਰੋਲ ਆ, ਇੱਕ ਪਾਸੇ ਕੇਅਰ ਆ। ਜਿਹੜਾ ਬੰਦਾ ਕੰਟਰੋਲ ਕਰਦਾ ਉਹ ਕਹਿੰਦਾ ਮੈਂ ਤਾਂ ਕੇਅਰ ਕਰਦਾ, ਲੇਕਿਨ ਉਹ ਕੇਅਰ ਨਹੀਂ ਹੁੰਦੀ, ਉਹ ਕੰਟਰੋਲ ਹੁੰਦਾ, ਪਰ ਉਹ ਸਮਝਦਾ ਨਹੀਂਗਾ। ਸੋ ਜਿਹੜੇ ਬਹੁਤੇ ਵਿਆਹਤਾ ਜੀਵਨ 'ਚ ਕਲੇਸ਼ ਪੈਂਦਾ ਉਹ ਕੰਟਰੋਲ ਤੇ ਕੇਅਰ ਦਾ। ਜਿਹੜਾ ਬੰਦਾ ਕੰਟਰੋਲ ਕਰ ਰਿਹਾ ਉਹ ਮੰਨਦਾ ਹੀ ਨਹੀਂ ਵੀ ਮੈਂ ਕੰਟਰੋਲ ਕਰ ਰਿਹਾ, ਉਹ ਤਾਂ ਕਹਿੰਦਾ ਮੈਂ ਤਾਂ ਤੇਰੀ ਹਿਫਾਜ਼ਤ ਕਰ ਰਿਹਾ, ਮੈਂ ਤਾਂ ਤੇਰੀ ਕੇਅਰ ਕਰਦਾ। ਇਹੀ ਜਨਾਨੀ ਕਹਿੰਦੀ ਆ ਵੀ ਮੈਂ ਤਾਂ ਤੁਹਾਡੀ ਕੇਅਰ ਕਰਦੀ ਆ, ਮੈਂ ਪੁੱਛ ਨਹੀਂ ਸਕਦੀ, ਮੈਂ ਕੀ ਮਾੜਾ ਕੀਤਾ ਤੈਨੂੰ ਫੋਨ ਕਰਕੇ? ਉਹ ਕਹਿੰਦਾ ਵੀ ਇੰਨੀ ਵਾਰੀ ਨਹੀਂ ਫੋਨ ਕਰੀਦਾ। ਤੇ ਇਸੇ ਤਰ੍ਹਾਂ ਹੀ ਬੱਚਿਆਂ ਦੇ ਨਾਲ, ਬੱਚੇ ਵੀ ਮਾਂ ਨੂੰ ਕਹਿੰਦੇ ਆ ਮੈਂ ਮਾਂ ਤੂੰ, ਮੈਂ ਹਜੇ ਹੁਣੇ ਤਾਂ ਘਰੋਂ ਨਿਕਲਿਆ, ਹੁਣੇ ਤਾਂ ਮੈਨੂੰ ਫੋਨ ਕਰਤਾ ਵੀ ਕੀ ਕਿੱਥੇ ਆ ਤੂੰ, ਕਿਵੇਂ ਆ, ਦੱਸ। ਉਹ ਕਹਿੰਦੇ ਵੀ ਮੈਂ ਤੈਨੂੰ ਦੱਸ ਦੂੰ। ਉਹ ਮਾਂ ਕਹਿੰਦੀ ਆ ਵੀ ਮੈਂ ਤਾਂ ਤੈਨੂੰ ਦੇਖਣਾ ਸੀ ਵੀ ਸਾਰਾ ਕੁਝ ਠੀਕ ਠਾਕ ਆ। ਉਹ ਕਹਿੰਦਾ ਵੀ ਸਟਾਪ ਫੋਨਿੰਗ ਮੀ। ਉਹਨੂੰ ਜਿਹੜਾ ਬੱਚਾ ਉਹਨੂੰ ਉਹ ਲੱਗਦਾ ਵੀ ਮੇਰੇ ਤੇ ਇਹ ਕੰਟਰੋਲ ਕੀਤਾ ਜਾ ਰਿਹਾ। ਮਾਂ ਕਹਿੰਦੀ ਆ ਵੀ ਮੈਂ ਥੋੜੀ ਕੰਟਰੋਲ ਕਰ ਰਹੀ, ਮੈਂ ਤਾਂ ਤੇਰੀ ਰਾਜੀ ਖੁਸ਼ੀ ਪੁੱਛਦੀ ਆ। ਆ ਜਿਹੜਾ ਕੰਟਰੋਲ ਤੇ ਕੇਅਰ ਆ ਨਾ, ਇਹ ਡੋਮੀਨੈਂਟ ਫੀਚਰ ਹੁੰਦਾ ਅਬਿਊਜ਼ ਦਾ। ਇਹ ਇੰਨਾ ਜ਼ਿਆਦਾ ਇਹ ਡੋਮੀਨੈਂਟ ਫੀਚਰ ਆ ਕਿ ਇਹਦੇ ਚੋਂ ਹੀ ਮਾਰ ਕੁਟਾਈ ਨਿਕਲਦੀ ਆ। ਇਹਦੇ ਵਿੱਚੋਂ ਹੀ ਤੁਸੀਂ ਕਿਸੇ ਨੂੰ ਕਤਲ ਕਰ ਸਕਦੇ ਹੋ, ਕਿਉਂਕਿ ਤੁਸੀਂ ਕੰਟਰੋਲ ਦੀ ਸਿਖਰ ਹੁੰਦਾ ਕਿਸੇ ਦਾ ਕਤਲ ਕਰ ਦੇਣਾ। ਸੋ ਉਸ ਸੈਂਸ ਦੇ ਵਿੱਚ ਮੇਰੇ ਖਿਆਲ 'ਚ ਆਪਾਂ ਨੂੰ ਪਰਿਵਾਰ ਦੇ ਵਿੱਚ, ਕਿਉਂਕਿ ਬੱਚਿਆਂ ਦੀ ਪਰਵਰਿਸ਼ ਕਰਨੀ ਆ, ਤੁਸੀਂ ਅਗਰ ਬੱਚਿਆਂ ਦੀ ਪਰਵਰਿਸ਼ ਤੁਹਾਨੂੰ ਲੱਗਦਾ ਕਿ ਤੁਸੀਂ ਬੜੀ ਕੇਅਰ ਕਰਦੇ ਹੋ ਪਰ ਐਕਚੁਅਲੀ ਤੁਸੀਂ ਉਹਨੂੰ ਕੰਟਰੋਲ ਕਰ ਰਹੇ ਹੋ, ਤਾਂ ਫਿਰ ਬੱਚਾ ਬਾਗੀ ਹੋਊਗਾ ਤੇ ਫਿਰ ਬੱਚਾ ਵਿਗੜੂਗਾ, ਕਿਉਂਕਿ ਤੁਸੀਂ ਉਹਨੂੰ ਸਫੋਕੇਟ ਕਰਤਾ। ਹੁਣ ਉਹ ਕਹਿੰਦਾ ਵੀ ਮੈਂ ਘਰੇ ਨਹੀਂ ਜਾਣਾ, ਮੈਂ ਬਾਹਰ ਅਵਾਰਾਗਰਦੀ ਕਰਨੀ ਆ, ਮੈਂ ਸਕੂਲ ਹੀ ਨਹੀਂ ਜਾਣਾ, ਕਿਉਂਕਿ ਉਹਨੂੰ ਕੌਨਸਟੈਂਟਲੀ ਲੱਗਦਾ ਵੀ ਮੈਂ ਕਿਸ ਤਰ੍ਹਾਂ ਮੈਂ ਬਾਹਰ ਨੂੰ ਭੱਜਾਂ। ਉਸ ਸੈਂਸ ਦੇ ਵਿੱਚ ਮੇਰੇ ਖਿਆਲ 'ਚ ਜਦੋਂ ਆਪਾਂ ਦੇਖਦੇ ਹਾਂ ਅਬਿਊਜ਼ ਦਾ ਚੱਕਰ, ਤੇ ਉਹਦੇ 'ਚ ਇਹ ਦੋ ਚੀਜ਼ਾਂ ਦਾ ਅਗਰ ਆਪਾਂ ਧਿਆਨ ਰੱਖ ਲਈਏ ਤਾਂ ਫਿਰ ਆਪਾਂ ਬਹੁਤ ਸਾਰੇ ਕਲੇਸ਼ ਤੋਂ ਬਚ ਸਕਦੇ ਹਾਂ। ਬਟ ਬਲਦੇਵ ਜੀ, ਕਈ ਵਾਰ ਇਹ ਗੱਲਾਂ ਵੀ ਉੱਠ ਕੇ ਆਈਆਂ ਨੇ ਕਿ ਕਈ ਵਾਰ ਸਾਹਮਣੇ ਵਾਲੀ ਜਿਹੜਾ ਸਪਾਊਸ ਹੁੰਦਾ ਹੈ, ਜਿਹੜਾ ਅਬਿਊਜ਼ ਹੋ ਰਿਹਾ ਹੁੰਦਾ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ ਸਾਲਾਂ ਤੱਕ ਕਿ ਉਹ ਅਬਿਊਜ਼ ਹੋ ਰਿਹਾ ਹੈ। ਜਦ ਤੱਕ ਬਾਹਰ ਤੋਂ ਕੋਈ ਦੇਖਣੇ ਵਾਲਾ ਉਹ ਬੰਦੇ ਨੂੰ ਦੱਸਦਾ ਨਹੀਂ ਹੈਗਾ, ਚਾਹੇ ਉਹ ਵਿਮਨ ਹੈ ਚਾਹੇ ਉਹ ਮੈਨ ਹੈ, ਠੀਕ ਹੈ, ਉਹਨਾਂ ਨੂੰ ਦੱਸਦਾ ਨਹੀਂ ਹੈਗਾ ਕਿ ਤੁਸੀਂ ਅਬਿਊਜ਼ ਕਿਤੇ ਜਾ ਰਹੇ ਹੋ। ਤਾਂ ਵੀ ਦੱਸਣ ਦੇ ਬਾਵਜੂਦ ਵੀ ਜੇ ਉਹਨਾਂ ਨੂੰ ਥੋੜੀ ਜਗ੍ਹਾ ਤੇ ਉਹ ਗੌਰ ਕਰਨਾ ਸ਼ੁਰੂ ਕਰਦੇ ਨੇ, ਨੋਟਿਸ ਕਰਨਾ ਸ਼ੁਰੂ ਕਰਦੇ ਨੇ, ਤਦ ਵੀ ਉਹਨਾਂ ਨੂੰ ਸਾਲ ਲੱਗ ਜਾਂਦੇ ਨੇ ਉਸ ਰਿਲੇਸ਼ਨਸ਼ਿਪ ਤੋਂ ਬਾਹਰ ਆਉਣ 'ਚ, ਜਾਂ ਉਸ ਚੀਜ਼ ਨੂੰ ਈਵਨ ਫੇਸ ਕਰਨ 'ਚ ਵੀ। ਇੱਕਦਮ ਤਾਂ ਉਹ ਨਹੀਂ ਕਰ ਸਕਦੇ। ਕਈ ਵਾਰ 3 ਸਾਲ ਲੱਗ ਜਾਂਦੇ ਨੇ, 4 ਸਾਲ ਲੱਗ ਜਾਂਦੇ ਨੇ, 5 ਸਾਲ ਲੱਗ ਜਾਂਦੇ ਨੇ। ਜੇ ਮੈਂ ਪੁਰਾਣੇ ਵਿਆਹੁਤਾ ਜੀਵਨ ਵਾਲਿਆਂ ਦੀ ਗੱਲਾਂ ਕਰਾਂ,
ਉਹਨਾਂ ਨੂੰ ਤਾਂ ਅੱਜ ਵੀ ਨਹੀਂ ਸਮਝ ਆਇਆ ਹੋਊਗਾ ਕਿ ਉਹਨਾਂ ਨੂੰ ਅਬਿਊਜ਼ ਕੀਤਾ ਗਿਆ ਹੈ। ਯੈਸ, ਬਿਲਕੁਲ। ਇਹਦੇ 'ਚ 2-3 ਚੀਜ਼ਾਂ ਆਪਾਂ ਡਿਸਕਸ ਕਰ ਲੈਂਦੇ ਹਾਂ। ਪਹਿਲੀ ਚੀਜ਼ ਤਾਂ ਇਹ ਹੈਗਾ ਕਿ ਜਿਹੜਾ ਬੰਦਾ ਕੰਟਰੋਲ ਕਰ ਰਿਹਾ ਉਹ ਕਹਿ ਹੀ ਨਹੀਂ ਰਿਹਾ ਵੀ ਮੈਂ ਕੰਟਰੋਲ ਕਰ ਰਿਹਾ, ਉਹ ਤਾਂ ਕਹਿੰਦਾ ਮੈਂ ਕੇਅਰ ਕਰ ਰਿਹਾ। ਹੁਣ ਅਗਲਾ ਬੰਦਾ ਕਨਫਿਊਜ਼ ਹੋ ਗਿਆ ਵੀ ਕਿਤੇ ਮੈਨੂੰ ਤਾਂ ਨਹੀਂ ਮਿਸਇੰਟਰਪ੍ਰੇਟ ਕਰੀ ਜਾਂਦਾ ਇਹਦੀਆਂ ਇੰਟੈਂਸ਼ਨਸ, ਜਦੋਂ ਕਿ ਅਗਲੇ ਦੀਆਂ ਇੰਟੈਂਸ਼ਨਸ ਬੜੀਆਂ ਕਲੀਅਰ ਆ, ਉਹ ਕੰਟਰੋਲ ਕਰ ਰਿਹਾ। ਇੱਕ ਪ੍ਰੋਬਲਮ ਤਾਂ ਇੱਥੇ ਆ ਗਈ, ਉਹ ਤਾਂ ਮੰਨ ਹੀ ਨਹੀਂ ਰਿਹਾ। ਉਹ ਥੋੜੀ ਕਹਿ ਰਿਹਾ ਵੀ ਮੈਂ ਤੈਨੂੰ ਕੰਟਰੋਲ ਕਰੂੰਗਾ, ਇੰਜ ਥੋੜੀ ਕਹਿ ਰਿਹਾ, ਉਹ ਤਾਂ ਕਹਿੰਦਾ ਮੈਂ ਤੈਨੂੰ ਕੇਅਰ ਕਰਦਾ। ਹਾਂਜੀ, ਰਾਈਟ। ਇਹ ਤੇ ਜਿਹੜਾ ਬੰਦੇ ਤੇ ਅਬਿਊਜ਼ ਹੋ ਰਿਹਾ ਉਹ ਇਸ ਚੀਜ਼ ਨੂੰ ਇੰਟਰਨਲਾਈਜ਼ ਕਰਕੇ ਸੋਚਦੇ ਕਿ ਕਿਤੇ ਮੈਂ ਤਾਂ ਨਹੀਂ ਗਲਤ, ਕਿਤੇ ਮੈਂ ਤਾਂ ਨਹੀਂ ਗਲਤ, ਕਿਤੇ ਮੈਂ ਤਾਂ ਨਹੀਂ ਗਲਤ। ਉਹ ਇਸ ਕਰਕੇ ਸਾਲਾਂ ਹੀ ਨਿਕਲ ਜਾਂਦੇ ਆ। ਸੈਕੰਡ ਚੀਜ਼ ਆ ਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਪਿਆਰ ਦੀ ਡੈਫੀਨੇਸ਼ਨ ਕੀ ਆ ਤੇ ਮੋਹ ਦੀ ਡੈਫੀਨੇਸ਼ਨ ਕੀ ਆ। ਵੀ ਜਦੋਂ ਆਪਾਂ ਕਹਿੰਦੇ ਆ ਵੀ ਆਪਣੇ ਇੰਡੀਅਨ ਫਿਲਾਸਫੀ ਦੇ ਵਿੱਚ ਆਉਂਦਾ, ਹਿੰਦੂਇਜ਼ਮ ਤੇ ਸਿੱਖੀਜ਼ਮ 'ਚ ਇਹ ਦੋ ਧਰਮਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਤੇ ਐਮਫੈਸਿਸ ਦਿੱਤਾ ਪੁਰਾਣੇ ਜ਼ਮਾਨੇ ਤੋਂ ਆਪਣੇ ਬਜ਼ੁਰਗਾਂ ਨੇ, ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿਹੜਾ ਮੋਹ ਆ ਉਹ ਪਿਆਰ ਦੀ ਵੇਰੀਏਸ਼ਨ ਆ, ਲੇਕਿਨ ਨੈਗੇਟਿਵ ਵੇਰੀਏਸ਼ਨ ਆ। ਇਹਦੇ ਵਿੱਚ ਕੰਟਰੋਲ ਆਇਆ। ਜਦੋਂ ਤੁਸੀਂ ਕਿਸੇ ਨੂੰ ਮੋਹ ਕਰਦੇ ਹੋ ਤੁਸੀਂ ਬੇਸਿਕਲੀ ਕੰਟਰੋਲ ਕਰਦੇ ਹੋ। ਹੁਣ ਇੱਕ ਮਦਰ ਬਾਰ-ਬਾਰ ਆਪਣੇ ਮੁੰਡੇ ਨੂੰ ਫੋਨ ਕਰ ਰਹੀ ਆ ਵੀ ਹਰ ਇੱਕ ਅੱਧੇ ਘੰਟੇ ਬਾਅਦ ਫੋਨ ਕਰਦੇ ਤੇ ਤੂੰ ਆਇਆ ਨਹੀਂ, ਤੂੰ ਮੇਰਾ ਫੋਨ ਨਹੀਂ ਚੱਕਿਆ, ਤੂੰ ਕਿੱਥੇ ਆ, ਹੁਣ ਤੂੰ ਠੀਕ ਆ, ਹੁਣ ਤੂੰ ਕਿਵੇਂ ਆ। ਉਹ ਆਪਣੇ ਜਾਣੇ ਕੇਅਰ ਦਿਖਾ ਰਹੀ ਆ, ਮੋਹ ਕਰ ਰਹੀ ਆ ਬੱਚੇ ਨੂੰ, ਲੇਕਿਨ ਉਹਦੇ ਵਿੱਚ ਹੀ ਉਹਦਾ ਕੰਟਰੋਲ ਛੁਪਿਆ ਤੇ ਹੁਣ ਬੱਚੇ ਨੇ ਵਿਗੜ ਜਾਣਾ। ਲੇਕਿਨ ਉਹਨੂੰ ਨਹੀਂ ਪਤਾ। ਜੇ ਤੁਸੀਂ ਉਸ ਮਾਂ ਨੂੰ ਕਹੋਗੇ ਵੀ ਤੂੰ ਇੰਨੇ ਫੋਨ ਨਹੀਂ ਕਰਨੇ, ਉਹ ਕਹੋ ਕਿਉਂ, ਮੈਂ ਕੀ ਮਾੜਾ ਕਰਦੀ ਹਾਂ, ਮੈਂ ਉਸ ਬੱਚੇ ਦੀ ਵੈਲਫੇਅਰ ਚਾਹੁੰਦੀ ਹਾਂ। ਕੱਲ੍ਹ ਨੂੰ ਤੁਹਾਨੂੰ ਪਤਾ ਨਹੀਂਗਾ ਵੀ ਕਿੰਨੇ ਬੱਚੇ ਮਰ ਜਾਂਦੇ ਆ ਤੇ ਮੈਂ ਤਾਂ ਉਹਦੀ ਨਿਗਰਾਨੀ ਰੱਖਦੀ ਹਾਂ, ਮੈਂ ਕੀ ਮਾੜਾ ਕਰਦੀ ਹਾਂ। ਤੇ ਸੇਫਟੀ ਤਾਂ ਹਰ ਇੱਕ ਮਾਂ ਨੂੰ ਰੱਖਣੀ ਪੈਣੀ ਆ। ਸੋ ਉਹਨੂੰ ਇਸ ਚੀਜ਼ ਦੇ ਉੱਤੇ ਸਮਝਾਉਣਾ ਬਹੁਤ ਮੁਸ਼ਕਲ ਹੋ ਜਾਂਦਾ, ਕਿਉਂਕਿ ਉਹ ਜਿਹੜਾ ਮਾਈਂਡ ਸੈਟ ਆ ਉਹ ਸਟਕ ਹੋ ਗਿਆ। ਉਹਨੂੰ ਹੁਣ ਸ਼ਿਫਟ ਕਰਨਾ ਇੰਨਾ ਸੌਖਾ ਨਹੀਂ ਸਾਈਕੋਲੋਜੀ ਦੇ ਵਿੱਚ, ਕਿਉਂਕਿ ਜੇ ਉਹ ਕਾਉਂਸਲਿੰਗ ਲੈਣ ਤਾਂ ਫਿਰ ਉਹਨਾਂ ਦੀ ਸ਼ਿਫਟ ਹੋ ਸਕਦੀ ਆ। ਪਰ ਜੇ ਉਹਨਾਂ ਨੇ ਕਾਉਂਸਲਿੰਗ ਨਹੀਂ ਲਿੱਤੀ ਤਾਂ ਉਹਨਾਂ ਦਾ ਉਹ ਸਿਸਟਮ ਉਸੇ ਤਰ੍ਹਾਂ ਹੀ ਆ। ਸੋ ਜਿਹੜਾ ਬਹੁਤਾ ਹੱਦ ਤੱਕ ਜਿਹੜਾ ਤੁਸੀਂ ਦੇਖੋਗੇ ਕਿ ਕਲੇਸ਼ ਪੈਂਦਾ ਪਰਿਵਾਰਾਂ ਦੇ ਵਿੱਚ, ਚਾਹੇ ਉਹ ਹਸਬੈਂਡ ਵਾਈਫ ਦਾ, ਚਾਹੇ ਪੇਰੈਂਟਸ ਚਿਲਡਰਨ ਦਾ, ਚਾਹੇ ਉਹ ਸਿਬਲਿੰਗਸ ਦੇ ਨਾਲ ਆ, ਕੁਛ ਵੀ ਆ, ਉਹਦੇ ਵਿੱਚ ਇੱਕ ਕੌਨਫਲਿਕਟ ਪਿਆਰ ਤੇ ਮੋਹ ਦੀ ਹੁੰਦੀ ਆ। ਇੱਕ ਕੌਨਫਲਿਕਟ ਹੁੰਦੀ ਆ ਕਿ ਕੰਟਰੋਲ ਐਂਡ ਕੇਅਰ ਨੂੰ ਵੈਲ ਡਿਫਾਈਨ ਨਹੀਂ ਕੀਤਾ ਹੁੰਦਾ। ਸੋ ਇਸ ਕਰਕੇ ਜਿਹੜੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜੇ ਵਿਆਹੁਤਾ ਜੀਵਨ ਦਾ ਵੀ ਜਿਹੜਾ ਪੂਰਾ ਸੰਘਰਸ਼ ਆ ਉਹ ਕੰਟਰੋਲ ਐਂਡ ਕੇਅਰ ਦਾ, ਤੇ ਜ਼ਿਆਦਾ ਡਿਫਿਕਲਟੀ ਆਦਮੀਆਂ ਨੂੰ ਆਉਂਦੀ ਆ, ਕਿਉਂਕਿ ਹਿਸਟੋਰੀਕਲੀ ਸਾਡੇ ਕੋਲੇ ਸਾਰੀ ਤਾਕਤ ਸੀ, ਹੁਣ ਸਾਡੇ ਤੋਂ ਤਾਕਤ ਉਹ ਖੋਈ ਜਾ ਰਹੀ ਆ ਤੇ ਸਾਨੂੰ ਹੁਣ ਐਡਜਸਟ ਨਹੀਂ ਕਰਨਾ ਆ ਰਿਹਾ। ਪ੍ਰਡੋਮੀਨੈਂਟਲੀ ਵਿਦਵਾਨਾਂ ਦਾ ਇਹ ਕਹਿਣਾ ਕਿ ਸਾਨੂੰ ਹੁਣ ਡਿਸਕਸ਼ਨ ਹੋਰ ਕਰਨੀ ਚਾਹੀਦੀ ਆ। ਕਈ ਵਿਦਵਾਨ ਜਿਹੜੇ ਕੈਨੇਡਾ 'ਚ ਮਤਲਬ ਕਿ ਵਿਦਵਾਨ ਆ, ਉਹ ਤਾਂ ਬੇਸਿਕਲੀ ਇੱਥੋਂ ਤੱਕ ਕਹਿ ਰਹੇ ਆ ਕਿ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਆ ਉਹ ਇੰਨੇ ਜ਼ਿਆਦਾ ਡਿਸਇਨਫਰੈਂਚਾਈਜ਼ ਫੀਲ ਕਰਦੇ ਆ ਕਿ ਉਹ ਕਿਸੇ ਕਿਸਮ ਦਾ ਰਿਲੇਸ਼ਨਸ਼ਿਪ 'ਚ ਨਹੀਂ ਜਾਣਾ ਚਾਹੁੰਦੇ। ਤਾਂ ਇਸ ਕਰਕੇ ਜਿਹੜਾ ਰਿਲੇਸ਼ਨਸ਼ਿਪ ਆ ਉਹ ਟੈਕਨੋਲੋਜੀ ਦੇ ਨਾਲ ਜ਼ਿਆਦਾ ਹੋ ਰਿਹਾ, ਜ਼ਿਆਦਾ ਮੈਂਟਲ ਹੈਲਥ ਪ੍ਰੋਬਲਮਸ ਹੋ ਰਹੀਆਂ, ਜ਼ਿਆਦਾ ਐਡਿਕਸ਼ਨਸ ਪ੍ਰੋਬਲਮ ਹੋ ਰਹੀਆਂ, ਜ਼ਿਆਦਾ ਵਾਇਲੈਂਸ ਹੋ ਰਹੀਆਂ, ਜ਼ਿਆਦਾ ਲੋਨਲੀਨੈਸ ਹੋ ਰਿਹਾ, ਜ਼ਿਆਦਾ ਵੂਮਨ ਹੇਟਰ ਪੈਦਾ ਹੋ ਰਿਹਾ, ਜਿਹੜੇ ਔਰਤਾਂ ਨੂੰ ਨਫ਼ਰਤ ਕਰਦੇ ਆ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਵੱਧ ਰਹੀਆਂ, ਇਹ ਇੱਕ ਕਾਰਨ ਇਹ ਆ ਕਿ ਅਸੀਂ ਔਰਤਾਂ ਵਾਸਤੇ ਤਾਂ ਬਹੁਤ ਕੁਝ ਕਰਤਾ ਤੇ ਆਦਮੀਆਂ ਨੂੰ ਵੀ ਤੇਰੀ ਪਾਵਰ ਘਟਣੀ ਆ, ਵੀ ਤੂੰ ਵੈਲ ਪ੍ਰੀਪੇਅਰਡ ਹੈਗਾ। Do you know that you may end up cooking and taking care of the child and helping your wife and helping her during groceries and through laundry? ਕਿਉਂਕਿ ਉਹ ਤਾਂ ਕਰਦਾ ਹੀ ਨਹੀਂ ਸੀਗਾ ਪਹਿਲਾਂ, ਇਹ ਤਾਂ ਉਹਦਾ ਡੋਮੀਨੈਂਟ ਫੀਚਰ ਹੈ ਹੀ ਨਹੀਂ ਵਿਚਾਰੇ ਦਾ। ਤੇ ਹੁਣ ਉਹਨੂੰ ਸਿਖਾਉਣਾ, ਤੇ ਜੇ ਅਸੀਂ ਪਰਵਰਿਸ਼ ਨਹੀਂ ਆਪਣੀ ਚੇਂਜ ਕਰਾਂਗੇ ਜਿਹੜੀਆਂ ਕਿ ਮਾਵਾਂ ਨਹੀਂ ਕਰ ਰਹੀਆਂ ਮੁੰਡਿਆਂ ਦੀਆਂ, ਤੇ ਐਜ਼ ਏ ਰਿਜ਼ਲਟ ਵੀ ਆਰ ਗੋਇੰਗ ਟੂ ਹੈਵ ਕੰਟੀਨਿਊਸ ਹੈਵਿੰਗ ਦਿਸ ਪ੍ਰੋਬਲਮ ਇਨ ਆਵਰ ਕਮਿਊਨਿਟੀ। ਅੱਜ ਜਿਵੇਂ ਤੁਸੀਂ ਗੱਲ ਕੀਤੀ ਲਾਂਡਰੀ, ਕੁਕਿੰਗ ਐਂਡ ਐਵਰੀਥਿੰਗ ਦੀ, ਜਿਹੜੀ ਪ੍ਰੀਡੋਮੀਨੈਂਟਲੀ ਮੰਨਿਆ ਜਾਂਦਾ ਹੈ ਕਿ ਇੱਕ ਔਰਤ ਦੇ ਹਿੱਸੇ ਦਾ ਕੰਮ ਹੈਗਾ, ਤੇ ਇਹ ਮੈਂ ਕਈ ਵਾਰੀ ਨੋਟਿਸ ਕੀਤਾ ਹੈ ਈਵਨ ਬੈਕ ਇਨ ਇੰਡੀਆ ਕਿ ਇੱਥੇ ਵੀ ਜਦ ਅਸੀਂ ਰਹਿੰਦੇ ਹਾਂ ਕਿਸੇ ਫੈਮਿਲੀ ਦੇ ਵਿੱਚ, ਉਹ ਕਹਿੰਦੇ ਨੇ ਕਿ ਇਹ ਸਾਡੇ ਮੁੰਡੇ ਦਾ ਕੰਮ ਨਹੀਂ ਹੈਗਾ, ਇਹ ਸਾਡੀ ਨੂੰਹ ਦਾ ਕੰਮ ਹੈ, ਸਾਡੀ ਨੂੰਹ ਕਰੂਗੀ ਇਹ ਕੰਮ, ਠੀਕ ਹੈ। ਬਟ ਇਹ ਚੀਜ਼ ਜਿਹੜੀ ਅੱਜ ਦੀ ਜਨਰੇਸ਼ਨ ਹੈ, ਜਾਂ ਮੈਂ ਆਪਣੀ ਜਨਰੇਸ਼ਨ ਦੀ ਗੱਲ ਕਰਾਂ, ਮਿਲੇਨੀਅਲਸ ਦੀ ਗੱਲ ਕਰਾਂ,
ਇਹ ਕਹਿੰਦੇ ਨੇ ਇਹ ਜੈਂਡਰ ਰੋਲ ਹੈ ਹੀ ਨਹੀਂ। ਹਾਂ ਇਹ ਐਗਜ਼ੈਕਟ ਕਹਿੰਦੇ ਨੇ ਲਾਈਫ ਸਕਿੱਲ ਹੈ। ਲਾਈਫ ਸਕਿੱਲ ਕੁਕਿੰਗ ਆਣੀ ਚਾਹੀਦੀ ਹੈ, ਕਿਵੇਂ ਸਫਾਈ ਕਰਨੀ ਹੈ ਉਹ ਆਣਾ ਚਾਹੀਦਾ ਹੈ, ਠੀਕ ਹੈ, ਤੁਹਾਨੂੰ ਟਾਈਮ ਮੈਨੇਜਮੈਂਟ ਆਣੀ ਚਾਹੀਦੀ ਹੈ, ਮਨੀ ਮੈਨੇਜਮੈਂਟ ਆਣਾ ਚਾਹੀਦਾ ਹੈ। ਇਹ ਲਾਈਫ ਸਕਿੱਲ ਹੈ ਤੇ ਬਰਾਬਰ ਤਰੀਕੇ ਤੇ ਸਿਖਾਇਆ ਜਾਣਾ ਚਾਹੀਦਾ ਹੈ ਮੁੰਡਿਆਂ ਤੇ ਕੁੜੀਆਂ ਨੂੰ ਜੀ। ਬਟ ਜਿਹੜੀ 올ਡ ਜਨਰੇਸ਼ਨ ਹੈ, ਜਿਹੜੇ ਸਾਡੇ ਬਜ਼ੁਰਗ ਨੇ, ਉਹਨਾਂ ਨੂੰ ਇਹ ਕਨਸੈਪਟ 'ਚ ਬੜੀ ਦਿੱਕਤ ਆਉਂਦੀ ਹੈ ਸਮਝਣੇ 'ਚ। ਬਿਲਕੁਲ। ਹੁਣ ਜਿਹੜੇ ਤੁਸੀਂ ਲਾਈਫ ਸਕਿੱਲਸ ਦੀ ਗੱਲ ਕੀਤੀ ਆ ਤਾਂ ਜੈਂਡਰ ਦੀ, ਇਸ ਚੀਜ਼ ਦੇ ਉੱਤੇ ਤਾਂ ਡਿਸਕਸ਼ਨ ਹੀ ਨਹੀਂ ਹੋ ਰਹੀ। ਹੁਣ ਸਵਾਦ ਤਾਂ ਆਵੇ ਨਾ ਜੇ ਸੋਸਾਇਟੀ ਇਸ ਚੀਜ਼ 'ਤੇ ਬੈਠ ਕੇ ਦੇਖੇ ਕਿ ਮਾਡਰਨ ਸੋਸਾਇਟੀ ਦੇ ਵਿੱਚ ਆਦਮੀਆਂ ਦਾ ਕੀ ਰੋਲ ਆ। ਇਹਦੇ 'ਤੇ ਇੱਕ ਪੇਪਰ ਪਰ ਲਿਖਿਆ ਜਾਵੇ, ਸਾਰੇ ਵਿਦਵਾਨ ਉੱਥੇ ਪੇਪਰ ਪੜ੍ਹਨ ਕਿ ਇੱਕ ਆਦਮੀ ਦਾ ਮਾਡਰਨ ਸੋਸਾਇਟੀ ਦੇ ਵਿੱਚ ਕੀ ਰੋਲ ਆ ਅੱਜ ਕੱਲ੍ਹ 'ਚ, ਅਤੇ ਫਿਰ ਉਹਦੇ ਵਿੱਚ ਆਊਗਾ ਵੀ ਕੀ ਕੁਕਿੰਗ ਬਿਕਮਸ ਪਾਰਟ ਆਫ ਆਦਮੀ ਦੇ ਕਿ ਨਹੀਂ, ਕੀ ਲਾਂਡਰੀ ਬਿਕਮਸ ਪਾਰਟ ਆਫ ਆਦਮੀ ਤੇ, ਕੀ ਗਰੋਸਰੀ ਖਰੀਦਣੀ ਪਾਰਟ ਆਫ। ਹੁਣ ਇਹ ਜਿਹੜੀ ਸਕਿੱਲ ਆ ਇਹ ਤਾਂ ਹੈ ਨਹੀਂ ਕਿ ਵੀ ਬਸ ਇਹ ਕੁਦਰਤੀ ਤੌਰ ਤੇ ਰੱਬ ਨੇ ਸਿਰਫ ਔਰਤਾਂ ਨੂੰ ਹੀ ਦਿੱਤੀ ਆ। ਕੋਈ ਬੰਦਾ ਵੀ ਗਰੋਸਰੀ ਖਰੀਦ ਸਕਦਾ, ਆਦਮੀ ਵੀ ਖਰੀਦ ਸਕਦੇ, ਔਰਤ ਵੀ ਖਰੀਦ ਸਕਦੀ। ਹੁਣ ਬਹੁਤ ਸਾਰੇ ਸ਼ੈਫ ਆ ਉਹ ਆਦਮੀ ਹੁੰਦੇ ਆ ਕਿਉਂਕਿ ਉਹਨਾਂ ਨੂੰ ਕੁਕਿੰਗ ਦਾ ਸ਼ੌਕ ਹੁੰਦਾ। ਹੁਣ ਕੁਕਿੰਗ ਦਾ ਸ਼ੌਕ ਆਦਮੀਆਂ ਨੂੰ ਇਸ ਕਰਕੇ ਘੱਟ ਆ ਕੰਪੈਰੇਟਿਵਲੀ ਕਿਉਂਕਿ ਅਸੀਂ ਇਨਕਰੇਜ ਨਹੀਂ ਕਰਦੇ। ਪਰ ਇਹ ਤਾਂ ਨਹੀਂ ਕਿ ਕੋਈ ਇਨਹੈਬਿਟ ਕੋਈ ਕੁਦਰਤੀ ਤੌਰ ਤੇ ਉਹਨਾਂ ਦਾ ਦਿਮਾਗ ਉਧਰਲੇ ਕੁਕਿੰਗ ਵਾਲੇ ਪਾਸੇ ਨਹੀਂ ਚੱਲਣਾ। ਜੇ ਬੱਚੇ ਨੂੰ ਤੁਸੀਂ ਪਹਿਲੇ ਦਿਨ ਤੋਂ ਸਿਖਾ ਦੋਗੇ ਤਾਂ ਉਹਨੇ ਉਧਰਲੇ ਪਾਸੇ ਨੂੰ ਕੁਕਿੰਗ। ਹੁਣ ਜਿਹੜੇ ਛੋਟਾ ਬੱਚਾ ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ, ਜੇ ਲੈਟਸ ਸੇ 5 ਸਾਲ ਦਾ, ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਇਹ ਜੈਂਡਰ ਰੋਲ ਆ। ਉਹ ਤਾਂ ਚਾਹ 'ਚ ਹੀ ਭਾਂਡੇ ਮਾਂਜ ਦਿੰਦੇ ਆ, ਰਾਈਟ। ਉਦੋਂ ਤਾਂ ਉਹਨਾਂ ਨੂੰ ਕੁਝ ਨਹੀਂ ਪਤਾ। ਹਾਂ ਜਦੋਂ ਅਸੀਂ ਘਰ ਦੇ ਵਿੱਚ ਗੱਲਾਂ ਕਰਦੇ ਆ ਵੀ ਨਹੀਂ ਕੁੜੀ ਸਾਡੀ ਭਾਂਡੇ ਮਾਂਜੂਗੀ, ਮੁੰਡਾ ਨਹੀਂ ਕਰੂਗਾ, ਫਿਰ ਉਹ ਕਹਿੰਦਾ ਯਾਰ ਆ ਤਾਂ ਵਧੀਆ, ਮੈਂ ਤਾਂ ਬਚ ਗਿਆ, ਮੈਨੂੰ ਤਾਂ ਕਰਨ ਦੀ ਲੋੜ ਹੀ ਨਹੀਂ। ਤਾਂ ਫਿਰ ਇਹਦਾ ਮਤਲਬ ਇਹ ਆਦਮੀਆਂ ਦਾ ਕੰਮ ਹੀ ਨਹੀਂ ਹੁੰਦਾ। ਉਦੋਂ ਅਸੀਂ ਆਪਣੇ ਬੱਚੇ ਦੇ ਮਨ ਦੇ ਵਿੱਚ ਜੈਂਡਰ ਰੋਲਸ ਦੀ ਡੈਫੀਨੇਸ਼ਨ ਪਾਈ ਆ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਸੋ ਮੇਰਾ ਖਿਆਲ 'ਚ ਤਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤਾਂ ਦੇਰ ਇਜ਼ ਨੋ ਸੱਚ ਥਿੰਗ ਐਜ਼ ਜੈਂਡਰ ਰੋਲਸ, ਕਿਉਂਕਿ ਜੋ ਕੁਛ ਔਰਤਾਂ ਕਰ ਰਹੀਆਂ ਉਹੀ ਕੁਛ ਆਦਮੀ ਕਰ ਰਹੇ ਆ, ਜੋ ਕੁਛ ਆਦਮੀ ਕਰ ਰਿਹਾ ਉਹੀ ਕੁਛ ਔਰਤਾਂ ਕਰ ਰਹੇ ਆ। ਸੋ ਦੈਨ ਮਾਈਟ ਐਜ਼ ਵੈਲ ਸ਼ੇਅਰ 50-50। ਸੋ ਰੋਲ ਡੈਫੀਨੇਸ਼ਨ ਤਾਂ ਹੈ ਹੀ ਨਹੀਂਗਾ। ਹਾਂ ਰੋਲ ਡੈਫੀਨੇਸ਼ਨ ਇਹ ਹੋ ਸਕਦਾ ਕਿ ਅਗਰ ਔਰਤ ਚਾਰਟਰਡ ਅਕਾਊਂਟੈਂਟ ਆ ਤਾਂ ਆਦਮੀ ਉਹਨੂੰ ਕਹਿ ਦੇ ਵੀ ਤੂੰ ਪੈਸੇ ਸਾਂਭ, ਮੈਂ ਕਾਰ ਵਗੈਰਾ ਨੂੰ ਉਹਦਾ ਆਇਲ ਚੇਂਜ ਕਰਾਉਣਾ, ਬ੍ਰੇਕਾਂ ਲੈਣੀਆਂ, ਇਹੋ ਜਿਹੀਆਂ ਚੀਜ਼ਾਂ ਮੈਂ ਜ਼ਿਆਦਾ ਬੈਟਰ ਹਾਂ, ਮੈਂ ਉਹਨੂੰ ਲੈ ਲੂੰਗਾ ਅਤੇ ਤੂੰ ਪੈਸੇ ਸਾਂਭ ਲਾ। ਦੈਟ ਕੁਡ ਬੀ ਵਨ ਆਫ ਦ ਥਿੰਗਸ। ਅਤੇ ਮੇਰੇ ਆਪਣੇ ਬੇਟੇ ਹੈਗੇ ਆ ਉਹ ਕੁਕਿੰਗ ਕਰਦੇ ਆ ਕਿਉਂਕਿ ਉਹਨਾਂ ਨੂੰ ਸ਼ੌਂਕ ਵੀ ਆ ਅਤੇ ਦੇ ਆਰ ਬੈਟਰ ਕੁਕਸ ਦੈਨ ਮੇਰੀਆਂ ਡਾਟਰ ਇਨ ਲਾਅ। ਸੋ ਦੈਟਸ ਹਾਊ ਦੇ ਡੂ ਇਟ। ਸੋ ਇਹ ਉਹਨਾਂ ਨੇ ਆਪਣੇ ਰੋਲਸ ਜੇ ਡਿਫਾਈਨ ਕੀਤੇ ਆ, ਪਰ ਜਿਹੜੇ ਉਹ ਟਰਡੀਸ਼ਨਲ ਰੋਲ ਸੀਗਾ ਵੀ ਜਿਹੜਾ ਸਾਰਾ ਕੁਝ ਸਾਂਭੂਗੀ ਜਨਾਨੀ ਅਤੇ ਜਿਹੜਾ ਬਾਹਰਲਾ ਕੰਮ ਕਰੂਗਾ ਆਦਮੀ, ਉਹ ਚੀਜ਼ਾਂ ਅੱਜ ਕੱਲ੍ਹ ਇਟਸ ਨੋ ਲੋਂਗਰ ਰੈਲੇਵੈਂਟ। ਤੇ ਤੁਹਾਡੇ ਮੁਤਾਬਿਕ ਇੱਕ ਹਸਬੈਂਡ ਵਾਈਫ ਨੂੰ ਆਪਣੇ ਰੋਲ ਆਪਣੇ ਡਿਫਾਈਨ ਕਰ ਲੈਣੇ ਚਾਹੀਦੇ ਹੈ, ਆਪਣੇ ਸਟਰੈਂਥ ਦੇ ਹਿਸਾਬ ਨਾਲ, ਆਪਣੀ ਵੀਕਨੈਸ ਦੇ ਹਿਸਾਬ ਨਾਲ। ਬਟ ਫਿਰ ਵੀ ਕਿਤੇ ਨਾ ਕਿਤੇ ਫੈਮਿਲੀ ਪ੍ਰੈਸ਼ਰ ਜਾਂ ਇਨਫਲੂਐਂਸ ਰਹਿੰਦਾ ਹੀ ਰਹਿੰਦਾ ਹੈ, ਉਹ ਪੂਰੇ ਤਰੀਕੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ। ਜੀ ਉਹਦੇ ਵਿੱਚ ਗੁਰਸ਼ਨ ਇੱਕ ਮੈਂ ਮਤਲਬ ਕਿ ਸਾਰਿਆਂ ਨੂੰ ਅਪੀਲ ਕਰਨਾ ਚਾਹਨਾ ਕਿ ਪਲੀਜ਼ ਤੁਸੀਂ ਆਪਣੇ ਬੱਚਿਆਂ ਨੂੰ ਇਹ ਨਾ ਦੱਸੋ ਕਿ ਉਹ ਕੀ ਕਰਨਾ ਜਾਂ ਕੀ ਨਹੀਂ ਕਰਨਾ। ਹਸਬੈਂਡ ਵਾਈਫ ਇਹ ਡਿਸਾਈਡ ਕਰਨਗੇ ਕਿ ਉਹਨਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਕਿਵੇਂ ਖੁਸ਼ਹਾਲ ਤਰੀਕੇ ਨਾਲ ਜਿਉਣੀ ਆ। ਅਗਰ ਤੁਹਾਡਾ ਬੇਟਾ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਆਪਣੀ ਵਾਈਫ ਦੇ ਨਾਲ ਮਿਲ ਕੇ ਕੰਮ ਕਰਨ ਦੀ, ਤੁਸੀਂ ਸਗੋਂ ਇਨਕਰੇਜ ਕਰੋ ਵੀ ਬੇਟੇ ਬਹੁਤ ਵਧੀਆ ਗੱਲ ਆ। ਅਗਰ ਤੁਹਾਡੀ ਨੂੰਹ ਨੂੰ ਖੁਸ਼ੀ ਮਿਲਦੀ ਆ ਕਿ ਉਹ ਜਾ ਕੇ ਕੋਈ ਇਹੋ ਜਿਹਾ ਕੰਮ ਕਰੇ ਜਿਹੜਾ ਕਿ ਟਰਡੀਸ਼ਨਲ ਮੇਲ ਰੋਲ ਆ, ਜਿਵੇਂ ਫਾਰ ਐਗਜ਼ਾਮਪਲ ਘਾਹ ਕੱਟਣਾ, ਅਤੇ ਕਈ ਜਿਹੜੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਮਾਡਰਨ ਵਿਮਨ ਆ ਉਹ ਕਹਿੰਦੀਆਂ ਮੈਨੂੰ ਬਹੁਤ ਚੰਗਾ ਲੱਗਦਾ ਘਾਹ ਕੱਟਣਾ, ਤਾਂ ਉਹ ਕੱਟ ਲੂਗੀ। ਲੇਕਿਨ ਜਿਹੜੇ ਟਰਡੀਸ਼ਨਲ ਮਾਈਂਡ ਸੈੱਟ ਆ ਉਹਨਾਂ ਨੇ ਇਹ ਕਿਹਾ ਅੱਛਾ ਘਾਹ ਕੱਟਣਾ ਇਹ ਤਾਂ ਆਦਮੀਆਂ ਦਾ ਕੰਮ ਆ, ਗਰੋਸਰੀ ਖਰੀਦਣੀ ਇਹ ਜਨਾਨੀਆਂ ਦਾ ਕੰਮ ਆ, ਲਾਂਡਰੀ ਕਰਨੀ ਇਹ ਜਨਾਨੀਆਂ ਦਾ ਕੰਮ ਆ। ਸੋ ਜੇ ਕੋਈ ਕਹਿੰਦਾ ਵੀ ਨਹੀਂ ਮੈਂ ਗਰੋਸਰੀ ਖਰੀਦ ਕੇ ਲੈ ਆਉਣਾ ਤਾਂ ਉਹਦੇ 'ਚ ਪੇਰੈਂਟਸ ਨੂੰ ਕੀ ਪ੍ਰੋਬਲਮ ਹੁੰਦੀ ਹੈ। ਸੋ ਮੇਰਾ ਜਿੱਥੇ ਤੱਕ ਖਿਆਲ ਆ ਕਿ ਜਿਹੜਾ ਕੁਛ ਹਸਬੈਂਡ ਵਾਈਫ ਆਪਣਾ ਰਲ ਮਿਲ ਕੇ ਘਰ ਚਲਾ ਸਕਦੇ ਆ, ਜਿਵੇਂ ਵੀ ਉਹ ਇਸ ਚੀਜ਼ ਨੂੰ ਕਰਦੇ ਆ, ਉਹਦੇ ਵਿੱਚ ਮੈਨੂੰ ਲੱਗਦਾ ਕਿ ਅਗਰ ਬਜ਼ੁਰਗ ਨਾ ਇੰਟਰਫੇਅਰ ਕਰਨ ਤਾਂ ਬੈਟਰ ਆ, ਕਿਉਂਕਿ ਫਿਰ ਤੁਸੀਂ ਆਪਣੇ ਬੱਚਿਆਂ ਦਾ ਜਿਹੜਾ ਪਿਆਰ ਆ ਉਹ ਵੱਧਦੇ ਫੁੱਲਦੇ ਦੇਖੋਗੇ ਅਤੇ ਉਹਦੇ ਨਾਲ ਤੁਹਾਡੇ ਘਰ 'ਚ ਸੁੱਖ ਸ਼ਾਂਤੀ ਰਹੂਗੀ। ਇਹ ਮੇਰਾ ਤੁਹਾਡੇ ਨਾਲ ਇਹ ਸੁਜੈਸ਼ਨ ਆ। ਹੁਣ ਜੇ ਗੱਲ ਕਰੀਏ ਜੇ ਬਜ਼ੁਰਗ ਇੰਟਰਫੇਅਰ ਨਹੀਂ ਕਰੂੰਗੇ ਐਂਡ ਇਨ ਦੀ ਐਂਡ ਹਸਬੈਂਡ ਵਾਈਫ ਸਕਰੂ ਅਪ ਕਰ ਲੈਂਦੇ ਨੇ,
ਉਹਨਾਂ ਨੇ ਕਹਿਣਾ ਤਾਂ ਅਸੀਂ ਤਾਂ ਇਹਨਾਂ ਨੂੰ ਪੂਰੀ ਛੂਟ ਦਿੱਤੀ ਸੀਗੀ, ਇਹਨਾਂ ਨੇ ਫਿਰ ਵੀ ਇੱਦਾਂ ਇਹ ਮੈਰਿਜ ਫੇਲ ਹੋ ਗਈ। ਤੇ ਇਹ ਗੈਂਬਲ ਹੈ ਇੱਕ ਤਰੀਕੇ ਦਾ। ਇਹ ਗੈਂਬਲ ਦੀ ਅੰਡਰਸਟੈਂਡਿੰਗ ਉਹਨਾਂ ਨੂੰ ਕਿਵੇਂ ਹੋਏਗੀ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿਹੜੇ ਵੀ ਰੂਲ ਸੈੱਟ ਕਰ ਦਿੱਤੇ ਨੇ ਉਹ ਇੱਕ ਤੁਹਾਨੂੰ ਸਕਸੈਸਫੁਲ ਮੈਰਿਜ ਤੱਕ ਲੈ ਕੇ ਜਾਓਗੇ। ਰੋਡ ਉੱਥੇ ਹੀ ਜਾ ਕੇ ਤੁਹਾਡੀ ਡੈਸਟੀਨੀ ਬਣੂਗੀ, ਬਟ ਅਨਸਕਸੈਸਫੁਲ ਵੀ ਹੋ ਸਕਦੀ ਹੈ। ਐਂਡ ਇਸ ਚੀਜ਼ ਨੂੰ ਇੱਕ ਬੁਰੇ ਤਰੀਕੇ ਨਾਲ ਜਾਂ ਇੱਕ ਨੈਗੇਟਿਵ ਤਰੀਕੇ ਨਾਲ ਦੇਖਣ ਦੇ ਬਜਾਏ ਆਪਾਂ ਪੋਜ਼ਿਟਿਵ ਤਰੀਕੇ ਨਾਲ ਕਿਵੇਂ ਦੇਖ ਸਕਦੇ ਨੇ? ਸੋ ਪਹਿਲੀ ਚੀਜ਼ ਤਾਂ ਇਹ ਐਕਸੈਪਟ ਕਰਨੀ ਪੈਣੀ ਹੈ ਕਿ ਕੋਈ ਵਿਆਹਤਾ ਜੀਵਨ ਅੱਜ ਕੱਲ੍ਹ ਦੇ ਜ਼ਮਾਨੇ 'ਚ ਇਹ ਕੋਈ ਗਰੰਟੀ ਨਹੀਂ ਕਿ ਉਹ ਸਿਰੇ ਚੜੂਗਾ। ਇਹ ਕੋਈ ਗਰੰਟੀ ਨਹੀਂ। ਮੈਂ ਡਿਵੋਰਸ 70 ਸਾਲ ਦੀ ਉਮਰ 'ਚ ਡਿਵੋਰਸ ਹੁੰਦੇ ਦੇਖਿਆ ਕੈਨੇਡਾ 'ਚ, ਆਪਣੀ ਕਮਿਊਨਿਟੀ ਦੇ 70 ਸਾਲ 'ਚ। ਇੱਕ ਕਪਲ 70 ਸਾਲ ਦਾ ਸੀਗਾ ਜਦੋਂ ਉਹਨਾਂ ਨੇ ਡਿਵੋਰਸ ਕੀਤਾ ਇੱਕ ਦੂਜੇ ਨੂੰ। ਕਈ ਵਾਰੀ ਮੈਨੀ ਰੀਜ਼ਨਸ ਆ, ਦੇਰ ਆਰ ਮੈਨੀ ਰੀਜ਼ਨਸ ਕਾਹਤੇ ਡਿਵੋਰਸ ਹੁੰਦਾ, ਉਹ ਅੱਜ ਦਾ ਟੌਪਿਕ ਨਹੀਂਗਾ। ਪਰ ਇੱਕ ਚੀਜ਼ ਬੜੀ ਕਲੀਅਰ ਆ ਕਿ ਕੀ ਆਪਾਂ ਇਸ ਚੀਜ਼ ਨੂੰ ਧਿਆਨ 'ਚ ਰੱਖ ਸਕਦੇ ਹਾਂ ਕਿ ਜੇ ਵਿਆਹਤਾ ਜੀਵਨ ਸਾਡਾ ਚੱਲਿਆ ਸ਼ੁਰੂ ਹੋਇਆ ਤਾਂ ਅਗਰ ਉਹ ਡਿਵੋਰਸ ਦੇ ਵਿੱਚ ਐਂਡ ਹੋ ਗਿਆ ਤਾਂ ਇਹਦੇ 'ਚ ਨਾ ਤਾਂ ਪੇਰੈਂਟਸ ਦਾ ਕੋਈ ਕਸੂਰ ਆ ਤੇ ਨਾ ਹੀ ਕਪਲ ਦਾ ਕੋਈ ਕਸੂਰ ਆ। ਇਹ ਕਹਿ ਸਕਦੇ ਹਾਂ ਕਿ ਉਹ ਇਨਕੰਪੈਟੇਬਲ ਸੀਗੇ ਉਸ ਮੈਰਿਜ ਦੇ ਵਿੱਚ। ਕਿਸੇ ਵੀ ਰੀਜ਼ਨ ਕਰਕੇ ਉਹਨਾਂ ਨੇ ਆਪਣਾ ਜ਼ੋਰ ਲਗਾਇਆ, ਦੇ ਵਾਂਟਡ ਟੂ ਮੇਕ ਇਟ ਵਰਕ, ਇਟ ਡਿਡਨਟ ਵਰਕ। ਇਹ ਮੱਚ ਬੈਟਰ ਆ ਬਜਾਏ ਇਸ ਦੇ ਕਿ ਇੱਕ ਇਹੋ ਜਿਹਾ ਵਿਆਹਤਾ ਜੀਵਨ ਰੱਖੋ ਜਿਹੜਾ ਕਲੇਸ਼ ਭਰਿਆ ਹੋਵੇ ਤੇ ਨਾ ਵਾਈਫ ਖੁਸ਼ ਆ ਨਾ ਹਸਬੈਂਡ ਖੁਸ਼ ਆ, ਤੇ ਜਿਹੜੇ ਬੱਚੇ ਹੋਣਗੇ ਤੇ ਉਹ ਉਦੋਂ ਵੀ ਜ਼ਿਆਦਾ ਦੁਖੀ ਹੋਣਗੇ। ਮੇਰਾ ਖਿਆਲ 'ਚ ਉਹ ਜਿਹੜੀ ਟ੍ਰੈਜਡੀ ਆ ਉਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਆ ਕਿ ਜਦੋਂ ਕਪਲ ਹੈਪੀ ਨੀਗਾ ਫਿਰ ਪ੍ਰੋਬਲਮਸ ਬਹੁਤ ਆਉਂਦੀਆਂ। ਇਸ ਦੇ ਨਾਲ ਅਸੀਂ ਅੱਜ ਦਾ ਆਪਣਾ ਪ੍ਰੋਗਰਾਮ ਇੱਥੇ ਖਤਮ ਕਰਦੇ ਨੇ। ਮੈਂ ਬਲਦੇਵ ਜੀ ਦਾ ਬਹੁਤ ਸ਼ੁਕਰੀਆ ਕਰਨਾ ਚਾਹੂੰਗੀ ਜੋ ਸਾਡੇ ਨਾਲ ਆਏ, ਠੀਕ ਹੈ, ਤੇ ਆਪਣਾ ਜਿਹੜਾ ਉਹਨਾਂ ਦਾ ਵਿਜ਼ਡਮ ਸੀ ਉਹਨਾਂ ਨੇ ਆਪਣੇ ਨਾਲ ਸ਼ੇਅਰ ਕੀਤਾ ਤੇ ਕਈ ਸਾਰੀ ਐਡਵਾਈਸਿਸ ਦਿੱਤੀਆਂ ਜਿਹਦੇ ਨਾਲ ਮੇ ਵੀ ਜੇ ਮੇਰੇ ਦਰਸ਼ਕ ਇਹ ਸੁਣਦੇ ਨੇ, ਉਹਨਾਂ ਨੂੰ ਮੰਨਦੇ ਨੇ ਤੇ ਕਾਫੀ ਪ੍ਰੋਬਲਮ ਸੋਲਵ ਹੋ ਸਕਦੀਆਂ ਨੇ। ਅਸੀਂ ਫੇਰ ਤੋਂ ਅਗਲੇ ਹਫਤੇ ਇਸੇ ਟਾਈਮ ਤੁਹਾਨੂੰ ਮਿਲਾਂਗੇ ਇੱਕ ਨਵੇਂ ਟੌਪਿਕ ਦੇ ਨਾਲ, ਇੱਕ ਨਵੀਂ ਡਿਸਕਸ਼ਨ ਦੇ ਨਾਲ। ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।